ਹਾਲੇਲੂਇਆ। ਖੁਦਾ ਦੇ ਪਵਿੱਤਰ ਨਾਮ ਦੀ ਤਾਰੀਫ ਹੋਵੇ। ਆਓ ਕੱਢਾਂਗੇ ਕੁਲਸੀਆਂ 3 ਅਧਿਆਏ। ਕੁਲਸੀਆਂ 3 ਅਧਿਆਏ। ਸੋ ਜੇ ਤੁਸੀਂ ਮਸੀਹ ਦੇ ਨਾਲ ਜਿਵਾਏ ਗਏ ਤਾਂ ਉਤਾਹਾਂ ਦੀਆਂ ਗੱਲਾਂ ਦੇ ਮਗਰ ਲੱਗੇ ਰਹੋ, ਜਿੱਥੇ ਮਸੀਹ ਖੁਦਾ ਦੇ ਸੱਜੇ ਪਾਸੇ ਬੈਠਾ ਹੈ। ਉਤਾਹਾਂ ਦੀਆਂ ਗੱਲਾਂ ਉੱਤੇ ਚਿੱਤ ਲਾਓ, ਨਾ ਉਹਨਾਂ ਗੱਲਾਂ ਉੱਤੇ ਜਿਹੜੀਆਂ ਧਰਤੀ ਉੱਪਰ ਹਨ, ਕਿਉਂ ਜੋ ਤੁਸੀਂ ਮੋਏ ਅਤੇ ਤੁਹਾਡਾ ਜੀਵਨ ਮਸੀਹ ਦੇ ਨਾਲ ਖੁਦਾ ਵਿੱਚ ਗੁਪਤ ਹੋਇਆ ਹੈ। ਜਿਸ ਵੇਲੇ ਮਸੀਹ ਜੋ ਸਾਡਾ ਜੀਵਨ ਹੈ ਪ੍ਰਗਟ ਕੀਤਾ ਜਾਵੇਗਾ, ਉਸ ਵੇਲੇ ਤੁਸੀਂ ਵੀ ਉਸ ਦੇ ਨਾਲ ਤੇਜ ਵਿੱਚ ਪ੍ਰਗਟ ਕੀਤੇ ਜਾਓਗੇ। ਇਸ ਲਈ ਤੁਸੀਂ ਆਪਣੇ ਅੰਗਾਂ ਨੂੰ ਜੋ ਧਰਤੀ ਉੱਤੇ ਹਨ ਮਾਰ ਸੁੱਟੋ, ਅਰਥਾਤ ਹਰਾਮਕਾਰੀ, ਗੰਦਮੰਦ, ਕਾਮਨਾ, ਬੁਰੀ ਇੱਛਾ ਅਤੇ ਲੋਭ, ਜਿਹੜਾ ਮੂਰਤੀ ਪੂਜਾ ਹੈ, ਕਿਉਂ ਜੋ ਇਹਨਾਂ ਗੱਲਾਂ ਦੇ ਕਾਰਨ ਖੁਦਾ ਦਾ ਕ੍ਰੋਧ ਅਣ ਆਗਿਆਕਾਰੀ ਦੇ ਪੁੱਤਰਾਂ ਉੱਤੇ ਪੈਂਦਾ ਹੈ, ਜਿਨ੍ਹਾਂ ਦੇ ਰਾਹ ਤੁਸੀਂ ਅੱਗੇ ਵੀ ਚੱਲਦੇ ਸਾਓ, ਜਿਸ ਵੇਲੇ ਉਹਨਾਂ ਵਿੱਚ ਜਿਉਂਦੇ ਸੀ। ਪਰ ਹੁਣ ਤੁਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਅਰਥਾਤ ਕ੍ਰੋਧ, ਕੋਪ, ਬਦੀ, ਦੁਰਬਚਨ ਅਤੇ ਆਪਣੇ ਮੂੰਹੋਂ ਗੰਦੀਆਂ ਗਾਲਾਂ ਕੱਢਣੀਆਂ ਛੱਡ ਦਿਓ। ਇੱਕ ਦੂਜੇ ਨਾਲ ਝੂਠ ਨਾ ਮਾਰੋ, ਕਿਉਂ ਜੋ ਤੁਸੀਂ ਪੁਰਾਣੀ ਇਨਸਾਨੀਅਤ ਨੂੰ ਉਸ ਦੀਆਂ ਕਰਨੀਆਂ ਸਣੇ ਲਾਹ ਸੁੱਟਿਆ ਅਤੇ ਨਵੀਂ ਨੂੰ ਪਹਿਨ ਲਿਆ, ਜੋ ਪੂਰਨ ਗਿਆਨ ਅਤੇ ਆਪਣੇ ਕਰਤਾਰ ਦੇ ਸਰੂਪ ਉੱਤੇ ਨਵੀਂ ਬਣਦੀ ਜਾਂਦੀ ਹੈ। ਖੁਦਾ ਦੇ ਪਵਿੱਤਰ ਨਾਮ ਦੀ ਤਾਰੀਫ ਹੋਵੇ। ਪੜ੍ਹੇ ਹੋਏ ਵਚਨ ਦੇ ਲਈ ਪ੍ਰਭੂ ਦਾ ਧੰਨਵਾਦ ਕਰਦੇ ਹਾਂ। ਆਓ ਸਭ ਮਿਲ ਕੇ ਪ੍ਰਾਰਥਨਾ ਕਰਾਂਗੇ। ਹਾਲੇਲੂਇਆ। ਧੰਨਵਾਦ ਪਿਆਰੇ ਪ੍ਰਭੂ ਯਿਸੂ ਮਸੀਹ, ਤੇਰੇ ਨਾਮ ਦੀ ਮਹਿਮਾ, ਤੇਰੇ ਨਾਮ ਦੀ ਵਡਿਆਈ ਹੋਵੇ ਖੁਦਾਵੰਦ ਪ੍ਰਭੂ ਜੀ। ਸੱਚਮੁੱਚ ਮੇਰੇ ਮਹਾਨ ਪਿਤਾ ਖੁਦਾਵੰਦ ਪ੍ਰਭੂ ਜੀ, ਅੱਜ ਆਪਣੇ ਲੋਕਾਂ ਦੇ ਨਾਲ ਖੁਦਾਵੰਦ ਪ੍ਰਭੂ ਯਿਸੂ ਮਸੀਹ ਤੂੰ ਵਚਨ ਦੇ ਦੁਆਰਾ ਗੱਲਬਾਤ ਕਰ ਰਿਹਾ ਹੈ ਖੁਦਾਵੰਦਾ। ਉਹ ਮੇਰੇ ਮਹਾਨ ਪਿਤਾ ਪ੍ਰਭੂ ਯਿਸੂ ਮਸੀਹ, ਉਸ ਖੁੱਲੇ ਹੋਏ ਵਚਨ ਦੇ ਦੁਆਰਾ ਪ੍ਰਭੂ ਜੀ, ਜੋ ਵਚਨ ਪ੍ਰਭੂ ਜੀ ਸਾਡੇ ਯੋਗੇ ਨਬੀ ਭਾਈ ਬ੍ਰਾਹਨਮ ਦੁਆਰਾ ਖੋਲ ਦਿੱਤਾ ਗਿਆ ਪ੍ਰਭੂ ਯਿਸੂ ਮਸੀਹ, ਕਿਉਂਕਿ ਤੂੰ ਸਾਨੂੰ ਪ੍ਰਭੂ ਜੀ ਇੱਕ ਗੱਲ ਸਮਝਾਈ ਹੈ ਖੁਦਾਵੰਦਾ, ਵਚਨ ਦੀ ਇੱਕ ਲਿਖਤ ਤੂੰ ਸਾਨੂੰ ਸਮਝਾਈ ਹੈ ਖੁਦਾਵੰਦਾ, ਵੀ ਕਿਸ ਤਰ੍ਹਾਂ ਤੇਰਾ ਵਚਨ ਸਾਨੂੰ ਪ੍ਰਭੂ ਯਿਸੂ ਮਸੀਹ ਜੀਵਨ ਜੀਣ ਲਈ ਕਹਿੰਦਾ ਹੈ, ਤੇ ਕਿਸ ਤਰ੍ਹਾਂ ਤੇਰਾ ਵਚਨ ਦੱਸਦਾ ਹੈ ਖੁਦਾਵੰਦਾ ਵੀ ਸਾਡਾ ਜੀਵਨ ਜੋ ਹੈ ਖੁਦਾਵੰਦ ਲੋਕਾਂ ਦੇ ਸਾਹਮਣੇ ਕਿੱਦਾਂ ਦਾ ਹੋਣਾ ਚਾਹੀਦਾ ਹੈ, ਤੇ ਅਸੀਂ ਕਿਸ ਤਰ੍ਹਾਂ ਤੇਰੀ ਭਗਤੀ ਕਰੀਏ ਖੁਦਾਵੰਦ। ਇਹ ਸਭ ਕੁਝ ਤੇਰਾ ਵਚਨ ਪ੍ਰਭੂ ਜੀ ਸਾਨੂੰ ਦੱਸਦਾ ਹੈ, ਜੋ ਕਿ ਖੁਦਾਵੰਦ ਪ੍ਰਭੂ ਯਿਸੂ ਮਸੀਹ ਤੇਰੇ ਨਬੀ ਦੇ ਦੁਆਰਾ ਖੋਲ ਦਿੱਤਾ ਗਿਆ ਪ੍ਰਭੂ ਜੀ। ਤੇਰਾ ਧੰਨਵਾਦ ਕਰਦੇ ਹਾਂ ਪ੍ਰਭੂ ਯਿਸੂ ਮਸੀਹ। ਸੱਚਮੁੱਚ ਖੁਦਾਵੰਦ ਤੇਰੇ ਲੋਕਾਂ ਨੇ ਖੁਦਾਵੰਦ, ਜੋ ਤੇਰੇ ਲੋਕ ਹਨ ਪ੍ਰਭੂ ਜੀ, ਉਹਨਾਂ ਨੇ ਸੱਚਮੁੱਚ ਆਪਣੇ ਅੰਗਾਂ ਨੂੰ ਇਸ ਧਰਤੀ ਤੋਂ ਮਾਰ ਸੁੱਟਿਆ ਹੈ ਖੁਦਾਵੰਦ, ਕਿਉਂਕਿ ਮੇਰੇ ਮਹਾਨ ਪਿਤਾ ਤੇਰੇ ਲੋਕ ਗੰਦਗੀ ਵਿੱਚ ਨਹੀਂ ਰਹਿੰਦੇ ਖੁਦਾਵੰਦ, ਤੇਰੇ ਲੋਕ ਪਵਿੱਤਰਤਾ ਵਿੱਚ ਰਹਿੰਦੇ ਹਨ ਖੁਦਾਵੰਦਾ, ਪਵਿੱਤਰਤਾ ਦੇ ਵਿੱਚ ਰਹਿੰਦੇ ਹਨ ਖੁਦਾਵੰਦ, ਕਿਉਂਕਿ ਤੇਰਾ ਵਚਨ ਦੱਸਦਾ ਹੈ ਬਿਨਾਂ ਪਵਿੱਤਰਤਾ ਤੋਂ, ਬਿਨਾਂ ਪਵਿੱਤਰਤਾਈ ਤੋਂ ਕੋਈ ਵੀ ਤੈਨੂੰ ਵੇਖ ਨਹੀਂ ਸਕਦਾ ਖੁਦਾਵੰਦ। ਇਸ ਕਰਕੇ ਤੂੰ ਖੁਦਾਵੰਦ ਪ੍ਰਭੂ ਯਿਸੂ ਮਸੀਹ ਆਪਣੇ ਲੋਕਾਂ ਨੂੰ ਪਵਿੱਤਰ ਕਿਹਾ ਹੈ, ਕਿਉਂਕਿ ਤੂੰ ਆਪ ਵੀ ਪਵਿੱਤਰ ਹੈ ਖੁਦਾਵੰਦ, ਤੇਰੀ ਲਾੜੀ ਤੇਰੀ ਦੁਲਹਨ ਵੀ ਪਵਿੱਤਰ ਹੈ ਪ੍ਰਭੂ ਜੀ। ਅੱਜ ਦੇ ਛੋਟੇ ਸੰਦੇਸ਼ ਨੂੰ ਖੋਲ ਖੁਦਾਵੰਦ, ਦਇਆ ਕਰ, ਕਿਰਪਾ ਕਰ, ਸਾਰਾ ਆਦਰ ਜਲਾਲ ਮਹਿਮਾ ਤੇਰੇ ਨਾਮ ਦਿੰਦਾ, ਆਮੀਨ। ਹਾਲੇਲੂਇਆ। ਖੁਦਾਵੰਦ ਦੇ ਪਵਿੱਤਰ ਨਾਮ ਦੀ ਤਾਰੀਫ ਹੋਵੇ। ਅਸੀਂ ਪੜਿਆ ਆ ਕੁਲਸੀਆਂ ਦੇ ਵਿੱਚ, ਕੁਲਸੀਆਂ 3 ਅਧਿਆਏ 'ਚ ਅਸੀਂ ਪੜਿਆ ਆ ਵੀ ਕਿਸ ਤਰ੍ਹਾਂ ਸਾਨੂੰ ਖੁਦਾ ਦਾ ਵਚਨ ਦੱਸ ਰਿਹਾ ਆ ਵੀ ਅਸੀਂ ਸਾਨੂੰ ਕੀ ਕਰਨਾ ਚਾਹੀਦਾ। ਸਾਨੂੰ ਉੱਪਰਲੀਆਂ ਗੱਲਾਂ ਦੇ ਉੱਪਰ ਚਿੱਤ ਲਾਣਾ ਚਾਹੀਦਾ ਹੈ, ਕਿਉਂਕਿ ਜਿਸ ਤਰ੍ਹਾਂ ਲਿਖਿਆ ਆ, ਉਤਾਹਾਂ ਦੀਆਂ ਗੱਲਾਂ ਉੱਤੇ ਚਿੱਤ ਲਾਓ, ਨਾ ਉਹਨਾਂ ਗੱਲਾਂ ਉੱਤੇ ਜਿਹੜੀਆਂ ਧਰਤੀ ਉੱਪਰ ਹਨ। ਹੁਣ ਖੁਦਾ ਦੇ ਲੋਕ ਕਿਹੜੀਆਂ ਗੱਲਾਂ ਤੇ ਚਿੱਤ ਲਾਉਂਦੇ ਆ? ਖੁਦਾ ਦੇ ਲੋਕ ਕਦੇ ਵੀ ਧਰਤੀ ਦੀ ਗੱਲਾਂ ਉੱਪਰ ਚਿੱਤ ਨਹੀਂ ਲਾਉਂਦੇ। ਧਰਤੀ ਤੇ ਕੀ ਚੱਲ ਰਿਹਾ ਆ, ਕਿਸ ਤਰ੍ਹਾਂ ਦੇ ਸਿਸਟਮ ਚੱਲ ਰਹੇ ਹਨ, ਉਸ ਗੱਲਾਂ ਉੱਤੇ ਖੁਦਾ ਦੇ ਲੋਕ ਚਿੱਤ ਨਹੀਂ ਲਾਉਂਦੇ, ਕਿਉਂਕਿ ਖੁਦਾ ਦੇ ਲੋਕ ਹਮੇਸ਼ਾ ਉਤਾਹਾਂ ਨੂੰ ਵੇਖਦੇ ਹਨ। ਉਕਾਬ ਹਮੇਸ਼ਾ ਉਤਾਂਹ ਉੱਡਦਾ ਆ। ਉਕਾਬ ਕਦੇ ਵੀ ਤੁਸੀਂ ਦੇਖ ਲਓ, ਉਹ ਧਰਤੀ ਦੇ ਉੱਪਰ ਬਿਲਕੁਲ ਨਹੀਂ ਉੱਡਦਾ, ਉਹ ਧਰਤੀ ਤੋਂ ਬਹੁਤ ਜ਼ਿਆਦਾ ਉਚਾਈ ਤੇ ਉੱਡਦਾ ਆ ਤੇ ਆਪਣਾ ਸ਼ਿਕਾਰ ਕਰਦਾ। ਇਸੇ ਤਰ੍ਹਾਂ ਖੁਦਾ ਦੇ ਲੋਕ ਵੀ ਧਰਤੀ ਦੀ ਗੱਲਾਂ ਤੇ ਚਿੱਤ ਨਹੀਂ ਲਾਉਂਦੇ। ਖੁਦਾ ਦੇ ਲੋਕ ਹਮੇਸ਼ਾ ਉੱਪਰ ਦੀਆਂ ਗੱਲਾਂ ਤੇ ਚਿੱਤ ਲਾਉਂਦੇ, ਕਿਉਂਕਿ ਉਹ ਇੱਕ ਉਕਾਬ ਦੀ ਨਿਆਈ ਹਨ। ਖੁਦਾ ਦੇ ਲੋਕ ਇੱਕ ਉਕਾਬ ਦੀ ਨਿਆਈ ਹੁੰਦੇ ਹਨ। ਇਸ ਕਰਕੇ ਖੁਦਾ ਦਾ ਵਚਨ ਕੀ ਕਹਿ ਰਿਹਾ ਹੈ ਵੀ ਆਪਣੇ ਅੰਗਾਂ ਨੂੰ ਧਰਤੀ ਤੋਂ ਮਾਰ ਸੁੱਟੋ। ਜਿਹੜੇ ਲੋਕਾਂ ਨੇ ਅੱਜ ਆਪਣੇ ਅੰਗਾਂ ਨੂੰ ਧਰਤੀ ਤੇ ਨਹੀਂ ਮਾਰਿਆ, ਆਪਣੇ ਆਪ ਦਾ ਸੁਧਾਰ ਨਹੀਂ ਕੀਤਾ, ਖੁਦਾ ਦਾ ਵਚਨ ਸਾਫ਼ ਕਹਿ ਰਿਹਾ ਆ, ਹਰਾਮਕਾਰੀ, ਗੰਦਮੰਦ, ਬੁਰੀ ਇੱਛਾ, ਹਰੇਕ ਲੋਭ ਤੋਂ ਬਾਹਰ ਆ ਜਾਵੋ, ਕਿਉਂਕਿ ਖੁਦਾ ਦਾ ਵਚਨ ਕਹਿੰਦਾ, ਹੇ ਮੇਰੀ ਪ੍ਰਜਾ, ਬਾਬੁਲ ਦੇ ਵਿੱਚੋਂ ਬਾਹਰ ਆ ਜਾ। ਤੇ ਤੁਹਾਨੂੰ ਪਤਾ ਆ, ਨੀਚ ਕਾਮਨਾ ਵਿੱਚੋਂ, ਵਿਵਚਾਰੀ ਵਿੱਚੋਂ, ਗਲਤ ਕੰਮਾਂ ਦੇ ਵਿੱਚੋਂ ਕਿਨੇ ਬਾਹਰ ਆਣਾ ਹੈ? ਉਸ ਬਾਬੁਲ ਵਿੱਚੋਂ ਬਾਹਰ ਆਣਾ ਕਿੰਨੇ ਆ? ਤੇ ਖੁਦਾ ਨੇ ਕਿਹੜੇ ਲੋਕਾਂ ਨੂੰ ਕਿਹਾ ਵੀ ਤੁਸੀਂ ਬਾਹਰ ਆਣਾ ਆ? ਉਹ ਲੋਕ ਕੋਈ ਹੋਰ ਨਹੀਂ, ਜਿਨ੍ਹਾਂ ਨੇ ਬਾਬੁਲ ਦੇ ਵਿੱਚੋਂ ਬਾਹਰ ਆਉਣ ਨੂੰ, ਜਿਨ੍ਹਾਂ ਨੂੰ ਖੁਦਾ ਕਹਿ ਰਿਹਾ ਉਹ ਉਹਦੀ ਦੁਲਹਨ ਹੈ, ਉਹਦੇ ਪਵਿੱਤਰ ਲੋਕ ਹਨ, ਜਿਨ੍ਹਾਂ ਨੂੰ ਖੁਦਾ ਕਹਿ ਰਿਹਾ ਮੇਰੀ ਪ੍ਰਜਾ ਬਾਬੁਲ ਦੇ ਵਿੱਚੋਂ ਬਾਹਰ ਆ ਜਾ, ਤਾਂ ਕਿ ਉਹਨੂੰ ਵਚਨ ਦੇ ਨਾਲ ਸ਼ਿੰਗਾਰ ਕਰਾ ਦਿੱਤਾ ਜਾਵੇ ਤੇ ਰੈਪਚਰ ਵਿੱਚ ਲੈ ਕੇ ਜਾਇਆ ਜਾਵੇ। ਤੇ ਤੁਹਾਨੂੰ ਪਤਾ, ਖੁਦਾ ਦੇ ਪੁੱਤਰ ਤੇ ਧੀਆਂ ਹੀ
ਉਸ ਬਾਬਲ ਵਿੱਚੋਂ ਬਾਹਰ ਆ ਸਕਦੇ। ਹਰ ਇੱਕ ਮਨੁੱਖ ਬਾਬਲ ਦੇ ਵਿੱਚੋਂ ਬਾਹਰ ਨਹੀਂ ਆਵੇਗਾ। ਆਵਾਜ਼ ਹਰ ਕਿਸ ਨੇ ਸੁਣੀ ਹੈ, ਲੇਕਿਨ ਬਾਹਰ ਕੋਈ ਕੋਈ ਆਵੇਗਾ। ਜਦੋਂ ਮੂਸਾ ਲੋਕਾਂ ਨੂੰ ਬਾਹਰ ਕੱਢ ਕੇ ਲਿਆਇਆ ਮਿਸਰ ਦੇ ਵਿੱਚੋਂ, ਤੇ ਬੜੇ ਲੋਕ ਉਹਦੇ ਪਿੱਛੇ ਆਏ, ਲੇਕਿਨ ਕਨਾਨ ਦੇ ਵਿੱਚ ਸਿਰਫ 2 ਹੀ ਪ੍ਰਵੇਸ਼ ਕਰ ਪਾਏ, ਜਿਹਦਾ ਨਾਮ ਯਹੋਸ਼ੂਆ ਤੇ ਕਲੇਬ ਸੀਗਾ। ਇਸ ਕਰਕੇ ਬਹੁਤ ਲੋਕ ਆਉਂਦੇ ਹਨ, ਲੇਕਿਨ ਮੰਜ਼ਿਲ ਤੱਕ ਕੋਈ ਕੋਈ ਪਹੁੰਚਦਾ ਹੈ, ਕੋਈ ਕੋਈ ਮੰਜ਼ਿਲ ਤੱਕ ਪਹੁੰਚਦਾ, ਹਰ ਕੋਈ ਮੰਜ਼ਿਲ ਤੱਕ ਨਹੀਂ ਪਹੁੰਚਦਾ। ਇਸ ਕਰਕੇ ਖੁਦਾ ਦਾ ਵਚਨ ਕਹਿੰਦਾ ਪੁਰਾਣੀ ਇਨਸਾਨੀਅਤ ਨੂੰ ਲਾ ਸੁੱਟੋ, ਤੁਸੀਂ ਨਵੇਂ ਬਣ ਜਾਵੋ। ਜਦੋਂ ਕੋਈ ਮਨੁੱਖ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਬੈਪਟਾਈਜ਼ ਲੈਂਦਾ ਆ, ਉਹ ਨਵੀਂ ਸ੍ਰਿਸ਼ਟ ਬਣ ਜਾਂਦਾ ਹੈ, ਉਹ ਨਵਾਂ ਹੋ ਜਾਂਦਾ ਆ, ਤੇ ਪੁਰਾਣੀਆਂ ਗੱਲਾਂ ਉਹਦੇ ਵਿੱਚ ਫਿਰ ਨਹੀਂ ਰਹਿਣੀਆਂ ਚਾਹੀਦੀਆਂ। ਲੇਕਿਨ ਬਹੁਤ ਲੋਕ ਆਪਣੇ ਅੰਦਰ ਪੁਰਾਣੀਆਂ ਗੱਲਾਂ ਰੱਖਦੇ ਹਨ, ਤੇ ਖੁਦਾ ਦਾ ਵਚਨ ਇਹੋ ਜਿਹੇ ਲੋਕਾਂ ਨੂੰ ਡਾਂਟਦਾ ਆ, ਮਨਾ ਕਰਦਾ, ਕਹਿੰਦਾ ਪੁਰਾਣੀ ਇਨਸਾਨੀਅਤ, ਪੁਰਾਣੀਆਂ ਗੱਲਾਂ ਤੁਹਾਡੇ ਵਿੱਚ ਨਾ ਰਹਿਣ। ਇੱਕ ਦੂਜੇ ਨਾਲ ਝੂਠ ਨਾ ਮਾਰੋ, ਕਿਉਂ ਜੋ ਤੁਸੀਂ ਪੁਰਾਣੀ ਇਨਸਾਨੀਅਤ ਨੂੰ ਉਸਦੀ ਕਰਨੀਆਂ ਸਣੇ ਲਾ ਸੁੱਟਿਆ ਤੇ ਨਵੀਂ ਨੂੰ ਪਹਿਨ ਲਿਆ ਹੈ। ਕਿਹਨੂੰ ਪਹਿਨ ਲਿਆ? ਨਵੀਂ ਨੂੰ ਪਹਿਨ ਲਿਆ, ਜੋ ਪੂਰਨ ਗਿਆਨ ਲਈ ਆਪਣੇ ਕਰਤਾਰ ਦੇ ਸਰੂਪ ਉੱਤੇ ਨਵੀਂ ਬਣਦੀ ਜਾਂਦੀ ਹੈ। ਉਹ ਕਹਿੰਦਾ ਤੁਸੀਂ ਨਵੀਂ ਇਨਸਾਨੀਅਤ ਨੂੰ ਪਹਿਨ ਲਿਆ ਹੈ, ਪੁਰਾਣੀ ਇਨਸਾਨੀਅਤ ਹੁਣ ਤੁਹਾਡੇ ਵਿੱਚ ਨਹੀਂ ਰਹੀ। ਲੇਕਿਨ ਬਹੁਤ ਲੋਕ ਉਸ ਪੁਰਾਣੀ ਇਨਸਾਨੀਅਤ ਨੂੰ ਫਿਰ ਆਪਣੇ ਅੰਦਰ ਰੱਖਦੇ ਹਨ। ਉਹ ਪੁਰਾਣੀਆਂ ਗੱਲਾਂ, ਕਹਿਣ ਦਾ ਮਤਲਬ ਲੋਕ ਮਿਸਰ ਦੇ ਵਿੱਚੋਂ ਬਾਹਰ ਤਾਂ ਆ ਗਏ, ਲੇਕਿਨ ਮਿਸਰ ਲੋਕਾਂ ਦੇ ਅੰਦਰੋਂ ਬਾਹਰ ਨਹੀਂ ਜਾਂਦਾ। ਜੇ ਮਿਸਰ ਤੁਹਾਡੇ ਅੰਦਰੋਂ ਬਾਹਰ ਨਹੀਂ ਜਾਵੇਗਾ, ਤੁਸੀਂ ਕਦੇ ਵੀ ਕਨਾਨ ਦੇ ਵਿੱਚ ਪ੍ਰਵੇਸ਼ ਨਹੀਂ ਕਰ ਪਾਓਗੇ, ਕਦੇ ਵੀ ਖੁਦਾ ਦੇ ਨਾਲ ਉਠਾਏ ਨਹੀਂ ਜਾਓਗੇ। ਇਸ ਕਰਕੇ ਜੇ ਖੁਦਾ ਵਿੱਚ ਤੁਸੀਂ ਨਵੇਂ ਬਣੇ ਹੋ, ਤੇ ਨਵੀਆਂ ਗੱਲਾਂ ਵੀ ਤੁਹਾਡੇ ਅੰਦਰ ਹੋਣੀਆਂ ਚਾਹੀਦੀਆਂ। ਭਾਈ ਬ੍ਰੈਨਮ ਨੇ ਕਿਹਾ ਆ, ਸਾਡੇ ਯੁੱਗ ਦੇ ਨਬੀ ਨੇ ਕਿਹਾ, ਪ੍ਰੀਚਿੰਗ, ਪ੍ਰਚਾਰ ਕਰਨਾ ਇੱਕ ਅਲੱਗ ਗੱਲ ਆ। ਜਦੋਂ ਕੋਈ ਪ੍ਰਚਾਰ ਕਰਦਾ ਆ ਤੇ ਲੋਕ ਤੋਬਾ ਕਰਦੇ ਆ, ਪ੍ਰਚਾਰ ਸੁਣ ਕੇ ਲੋਕ ਤੋਬਾ ਕਰਦੇ ਆ ਵੀ ਹਾਂ ਅਸੀਂ ਇਹ ਪਾਪ ਦੇ ਵਿੱਚ ਸੀਗੇ, ਅਸੀਂ ਪ੍ਰਚਾਰ ਸੁਣਿਆ, ਹੁਣ ਅਸੀਂ ਤੋਬਾ ਕਰਦੇ ਆ। ਨਬੀ ਕਹਿੰਦਾ ਪ੍ਰਚਾਰ ਕਰਨ ਦੇ ਵਿੱਚ ਤੇ ਟੀਚਿੰਗ ਦੇ ਵਿੱਚ ਫਰਕ ਆ, ਦੋਨਾਂ ਦੇ ਵਿੱਚ ਫਰਕ ਹੁੰਦਾ। ਜਦੋਂ ਕੋਈ ਸੇਵਕ ਪ੍ਰਚਾਰ ਕਰਦਾ ਆ, ਕੋਈ ਮਨੁੱਖ ਪ੍ਰਚਾਰ ਕਰਦਾ, ਲੋਕ ਤੋਬਾ ਕਰਦੇ ਆ, ਲੇਕਿਨ ਹਲੇ ਤੱਕ ਉਹਨਾਂ ਦੇ ਅੰਦਰ ਉਹ ਗੱਲਾਂ ਨਹੀਂ ਆਈਆਂ ਹੁੰਦੀਆਂ। ਪ੍ਰਚਾਰ ਸੁਣ ਕੇ ਤੋਬਾ ਕਰਨੀ ਅਲੱਗ ਗੱਲ ਆ, ਤੇ ਜੀਵਨ ਬਤੀਤ ਕਰਨਾ ਅਲੱਗ ਗੱਲ ਆ। ਅੱਜ ਬਹੁਤ ਲੋਕ ਆਪਣੇ ਆਪ ਨੂੰ ਮਸੀਹ ਕਹਿੰਦੇ ਆ, ਉਹ ਕਹਿੰਦੇ ਹਾਂ ਖੁਦਾ ਦਾ ਵਚਨ ਸਾਨੂੰ ਬਹੁਤ ਸਹੀ ਲੱਗਿਆ, ਅਸੀਂ ਤੋਬਾ ਕਰ ਲਈ। ਤੋਬਾ ਕਰਨੀ, ਨਬੀ ਨੇ ਕਿਹਾ, ਜਦੋਂ ਪ੍ਰਚਾਰ ਦੁਆਰਾ ਤੁਸੀਂ ਤੋਬਾ ਕਰਦੇ ਹੋ, ਉਹਦੇ ਵਿੱਚ ਫਰਕ ਆ, ਤੇ ਟੀਚਿੰਗ ਲੈਣ ਦੇ ਵਿੱਚ ਫਰਕ ਆ। ਟੀਚਿੰਗ ਲੈਣ ਦੇ ਵਿੱਚ ਕੀ ਆ? ਫਰਕ ਆ। ਨਬੀ ਕਹਿੰਦਾ ਟੀਚਿੰਗ ਲੈਣ ਵਿੱਚ ਫਰਕ ਹੈ। ਟੀਚਿੰਗ ਦਾ ਮਤਲਬ ਆ ਅੱਗੇ ਵਧਣਾ, ਸਿੱਖਣਾ। ਤੋਬਾ ਤਾਂ ਤੁਸੀਂ ਕਰ ਲਈ, ਹੁਣ ਅਗਲਾ ਸਟੈਪ ਕੀ ਆ ਤੋਬਾ ਤੋਂ ਬਾਅਦ? ਵੀ ਤੁਸੀਂ ਸਿੱਖੋ ਤੇ ਅੱਗੇ ਵਧੋ। ਇਸ ਕਰਕੇ ਨਬੀ ਕਹਿੰਦਾ ਪ੍ਰਚਾਰ ਨਾਲੋਂ ਟੀਚਿੰਗ, ਪ੍ਰਚਾਰ ਤੁਸੀਂ ਸੁਣ ਕੇ ਤੋਬਾ ਕਰ ਲਈ, ਲੇਕਿਨ ਜੇ ਤੁਸੀਂ ਟੀਚਿੰਗ ਲੈਂਦੇ ਹੋ, ਸਿੱਖਿਆ ਲੈਂਦੇ ਹੋ, ਤਾਂ ਤੁਸੀਂ ਸਿੱਖਦੇ ਹੋ ਵੀ ਖੁਦਾ ਦੇ ਵਚਨ ਦੇ ਵਿੱਚ ਅਸੀਂ ਕਿਸ ਤਰ੍ਹਾਂ ਅੱਗੇ ਵਧਣਾ ਆ। ਇਸ ਕਰਕੇ ਬਹੁਤ ਲੋਕ ਪ੍ਰਚਾਰ ਸੁਣ ਕੇ ਪ੍ਰਭਾਵਿਤ ਹੁੰਦੇ ਆ, ਉਹ ਤੋਬਾ ਕਰਦੇ, ਲੇਕਿਨ ਜਦੋਂ ਜੀਵਨ ਜੀਣ ਦਾ ਸਮਾਂ ਆਉਂਦਾ, ਲੋਕੀ ਭੱਜਣਾ ਸ਼ੁਰੂ ਕਰਦੇ। ਇਸ ਕਰਕੇ ਨਬੀ ਕਹਿੰਦਾ ਇਹ ਚੀਜ਼ਾਂ 'ਚ ਫਰਕ ਆ, ਪ੍ਰਚਾਰ ਦੇ ਵਿੱਚ ਫਰਕ ਆ, ਤੇ ਟੀਚਿੰਗ ਲੈਣ ਦੇ ਵਿੱਚ ਫਰਕ ਆ। ਟੀਚਿੰਗ ਦਾ ਮਤਲਬ ਹੁੰਦਾ ਵੀ ਤੁਸੀਂ ਪ੍ਰਚਾਰ ਸੁਣ ਕੇ ਤੋਬਾ ਕੀਤੀ, ਹੁਣ ਤੁਸੀਂ ਟੀਚਿੰਗ ਲੈ ਰਹੇ ਹੋ ਵੀ ਅਸੀਂ ਆਪਣੇ ਜੀਵਨ ਨੂੰ ਕਿੱਦਾਂ ਪਰਫੈਕਟ ਕਰੀਏ। ਜਿਸ ਤਰ੍ਹਾਂ ਲਗਾ ਲਓ ਕਿਸੇ ਵੀ ਜਗ੍ਹਾ ਤੇ ਭਰਤੀ ਹੁੰਦੀ ਆ, ਮਿਲਟਰੀ ਵਿੱਚ ਭਰਤੀ ਹੁੰਦੀ ਆ, ਪੁਲਿਸ ਦੇ ਵਿੱਚ ਭਰਤੀ ਹੁੰਦੀ ਆ, ਉਹਨਾਂ ਦਾ ਟੈਸਟ ਹੁੰਦਾ ਆ, ਉਹ ਪਾਸ ਹੁੰਦੇ ਹਨ, ਫਿਰ ਉਹਨਾਂ ਨੂੰ ਭਰਤੀ ਕੀਤਾ ਜਾਂਦਾ, ਫਿਰ ਟ੍ਰੇਨਿੰਗ ਸ਼ੁਰੂ ਹੁੰਦੀ ਆ। ਟ੍ਰੇਨਿੰਗ ਤੋਂ ਬਾਅਦ ਫਿਰ ਉਹਨਾਂ ਨੂੰ ਕਿਸੇ ਮੁਕਾਮ ਤੇ ਪਹੁੰਚਾਇਆ ਜਾਂਦਾ ਆ, ਫਿਰ ਉਹਨਾਂ ਨੂੰ ਪੋਸਟਾਂ ਦਿੱਤੀਆਂ ਜਾਂਦੀਆਂ। ਇਸੇ ਤਰ੍ਹਾਂ ਮਸੀਹ ਜੀਵਨ ਹੈ, ਜਦੋਂ ਤੁਸੀਂ ਤੋਬਾ ਕਰ ਲਈ, ਉਹਦੇ ਬਾਅਦ ਤੁਹਾਨੂੰ ਉਸ ਤਰ੍ਹਾਂ ਦਾ ਜੀਵਨ ਵੀ ਬਤੀਤ ਕਰਨਾ ਪਵੇਗਾ ਜੋ ਖੁਦਾ ਦਾ ਵਚਨ ਕਹਿੰਦਾ। ਇਸ ਕਰਕੇ ਨਬੀ ਕਹਿੰਦਾ ਆ ਟੀਚਿੰਗ ਦੇ ਵਿੱਚ ਫਰਕ ਹੁੰਦਾ ਆ। ਟੀਚਿੰਗ ਉਹੀ ਲੋਕ ਲੈ ਸਕਦੇ ਆ ਜਿਹੜੇ ਆਪਣੇ ਆਪ ਨੂੰ ਸਮਰਪਿਤ ਕਰਦੇ ਵੀ ਹਾਂ ਪ੍ਰਭੂ ਅਸੀਂ ਤੋਬਾ ਤਾਂ ਕਰ ਲਈ, ਹੁਣ ਅਸੀਂ ਅੱਗੇ ਵਧਣਾ ਚਾਹੁੰਦੇ ਹਾਂ, ਅਸੀਂ ਸਿੱਖਣਾ ਚਾਹੁੰਦੇ ਹਾਂ ਤੇਰੇ ਵਚਨ ਦੇ ਵਿੱਚੋਂ। ਇਸ ਕਰਕੇ ਨਬੀ ਕਹਿੰਦਾ ਇਹ ਦੋਨਾਂ ਚੀਜ਼ਾਂ ਦੇ ਵਿੱਚ ਫਰਕ ਆ। ਤੇ ਜਦੋਂ ਪਵਿੱਤਰ ਆਤਮਾ ਆਂਦਾ ਆ ਤੇ ਉਹ ਆਪਣੀ ਕਈਆਂ ਹੋਈਆਂ ਗੱਲਾਂ ਸਿਖਾਉਂਦਾ ਆ। ਜਦੋਂ ਮਨੁੱਖ ਤੋਬਾ ਕਰਦਾ, ਤੋਬਾ ਤੋਂ ਬਾਅਦ ਫਿਰ ਪਵਿੱਤਰ ਆਤਮਾ ਆਂਦਾ ਟੀਚਿੰਗ ਦੇਣ ਵਾਸਤੇ। ਕਿਉਂਕਿ ਯਿਸੂ ਮਸੀਹ ਨੇ ਕੀ ਕਿਹਾ ਸੀ ਆਪਣੇ ਚੇਲਿਆਂ ਨੂੰ, ਜਦੋਂ ਮੇਰਾ ਪਵਿੱਤਰ ਆਤਮਾ ਆਵੇਗਾ। ਹੁਣ ਉਹ ਲੋਕ ਯਿਸੂ ਮਸੀਹ ਦੇ ਨਾਲ ਨਾਲ ਰਹਿੰਦੇ ਸੀਗੇ,
ਯੀਸ਼ੂ ਮਸੀਹ ਦੇ ਨਾਲ ਰਹਿੰਦੇ ਸੀਗੇ, ਸਭ ਗੱਲਾਂ ਨੂੰ ਸੁਣਦੇ ਸੀਗੇ, ਚਿੰਨ ਚਮਤਕਾਰ ਕਰਦੇ ਸੀ ਉਹਦੇ ਚੇਲੇ, ਲੇਕਿਨ ਫਿਰ ਵੀ ਉਹ ਪੂਰੀ ਤਰ੍ਹਾਂ ਹਲੇ ਟੀਚਿੰਗ ਲਏ ਹੋਏ ਨਹੀਂ ਸੀਗੇ, ਉਹਨਾਂ ਨੂੰ ਪੂਰੀ ਤਰ੍ਹਾਂ ਵਚਨ ਦੀ ਸਮਝ ਨਹੀਂ ਸੀ। ਲੇਕਿਨ ਜਦੋਂ ਪਵਿੱਤਰ ਆਤਮਾ ਆਇਆ ਤੇ ਪਵਿੱਤਰ ਆਤਮਾ ਨੇ ਉਹਨਾਂ ਨੂੰ ਸਿਖਾਇਆ, ਕਿਉਂਕਿ ਯੀਸ਼ੂ ਮਸੀਹ ਕਹਿ ਕੇ ਗਿਆ ਸੀ, ਜਦੋਂ ਮੇਰਾ ਪਵਿੱਤਰ ਆਤਮਾ ਆਵੇਗਾ ਮੇਰੀਆਂ ਕਈਆਂ ਹੋਈਆਂ ਗੱਲਾਂ ਤੁਹਾਨੂੰ ਸਿਖਾਵੇਗਾ। ਇਸ ਕਰਕੇ ਤੋਬਾ ਕਰਨੀ, ਪਾਣੀ ਦਾ ਬੈਪਟਾਈਜ਼ ਲੈਣਾ ਇੱਕ ਅਲੱਗ ਗੱਲ ਹੈ, ਲੇਕਿਨ ਪਵਿੱਤਰ ਆਤਮਾ ਦਾ ਦਾਨ ਇੱਕ ਅਗਲਾ ਸਟੈਪ ਹੈ। ਬੈਪਟਾਈਜ਼ ਲੈ ਲਿਆ, ਤੁਸੀਂ ਐਡਮਿਸ਼ਨ ਲੈ ਲਈ, ਲੇਕਿਨ ਉਹਦੇ ਬਾਅਦ ਪਵਿੱਤਰ ਆਤਮਾ ਦਾ ਦਾਨ ਵੀ ਹੈ। ਤੇ ਪਵਿੱਤਰ ਆਤਮਾ ਦੇ ਮਸੇ ਹੇਠ ਫਿਰ ਉਹੀ ਮਨੁੱਖ ਚੱਲ ਸਕਦਾ ਜਿਹੜਾ ਵਚਨ ਦੇ ਵਿੱਚ ਪੂਰੀ ਤਰ੍ਹਾਂ ਪਰਫੈਕਟ ਆ, ਜਿਹੜਾ ਵਚਨ ਦੇ ਵਿੱਚ ਸਹੀ ਚੱਲ ਰਿਹਾ ਆ, ਉਹੀ ਪਵਿੱਤਰ ਆਤਮਾ ਦੇ ਮਸੇ ਹੇਠ ਚੱਲ ਸਕਦਾ ਆ। ਨਹੀਂ ਤਾਂ ਲੋਕ ਕਠਿਨ ਜੀਵਨ ਨੂੰ ਦੇਖਦੇ ਹੋਏ ਭੱਜ ਜਾਂਦੇ, ਉਹ ਕਹਿੰਦੇ ਬੜੀ ਔਖਾ ਆ, ਮਸੀਹ ਜੀਵਨ ਬੜਾ ਔਖਾ ਆ, ਸੰਦੇਸ਼ ਦੇ ਵਿੱਚ ਬੜੀ ਔਖਿਆਈ ਆ, ਅਸੀਂ ਨਹੀਂ ਚੱਲ ਸਕਦੇ। ਜੇ ਕੋਈ ਚੱਲ ਨਹੀਂ ਸਕਦਾ, ਜੇ ਕੋਈ ਭੱਜਦਾ ਆ, ਤੇ ਤੁਹਾਨੂੰ ਪਤਾ ਮਿਲਟਰੀ ਵਿੱਚ ਕੀ ਕੀਤਾ ਜਾਂਦਾ, ਜਦੋਂ ਕੋਈ ਫੌਜੀ ਟ੍ਰੇਨਿੰਗ ਛੱਡ ਕੇ ਭੱਜਦਾ ਉਹਨੂੰ ਗੋਲੀ ਮਾਰ ਦਿੱਤੀ ਜਾਂਦੀ। ਇਸੇ ਤਰ੍ਹਾਂ ਜੇ ਤੁਸੀਂ ਮਸੀਹ ਜੀਵਨ ਦੇ ਵਿੱਚ ਆਏ ਹੋ, ਤੁਸੀਂ ਕਠਿਨਾਈਆਂ ਦੇ ਕੇ ਭੱਜਦੇ ਹੋ, ਤੇ ਤੁਸੀਂ ਵੀ ਭਗੌੜੇ ਸਾਬਿਤ ਕਰ ਦਿੱਤੇ ਜਾਂਦੇ ਹੋ। ਕਿਹਦੇ ਦੁਆਰਾ? ਖੁਦਾ ਦੇ ਦੁਆਰਾ। ਕਿਉਂਕਿ ਤੁਸੀਂ ਕਠਿਨਾਈਆਂ ਨੂੰ ਵੇਖਿਆ ਤੇ ਤੁਸੀਂ ਕਿਹਾ ਵੀ ਮੈਂ ਮਸੀਹ ਜੀਵਨ ਨਹੀਂ ਜੀ ਸਕਦਾ, ਬਹੁਤ ਔਖਾ, ਤੁਸੀਂ ਭੱਜ ਜਾਂਦੇ ਹੋ ਤੇ ਤੁਹਾਨੂੰ ਕੋਈ ਵੀ ਫਲ ਪ੍ਰਾਪਤ ਨਹੀਂ ਹੋਵੇਗਾ। ਰੇਸ ਵਿੱਚ ਆਣਾ ਅਲੱਗ ਗੱਲ ਹੈ, ਲੇਕਿਨ ਉਸ ਨੂੰ ਜਿੱਤਣਾ ਅਲੱਗ ਗੱਲ ਹੈ। ਰੇਸ 'ਚ ਤਾਂ ਬਹੁਤ ਲੋਕ ਆਉਂਦੇ ਆ, ਲੇਕਿਨ ਜਿੱਤਦਾ ਕੌਣ ਆ? ਜਿਹੜਾ ਦੌੜਦਾ ਆ, ਮਿਹਨਤ ਕਰਦਾ, ਉਹੀ ਜਿੱਤਦਾ ਆ, ਜਿਹੜਾ ਮੁਕਾਮ ਤੱਕ ਪਹੁੰਚ ਕੇ ਉਸ ਟਰੋਫੀ ਨੂੰ ਹਾਸਲ ਕਰਦਾ ਆ। ਇਸੇ ਤਰ੍ਹਾਂ ਮਸੀਹ ਜੀਵਨ ਆ। ਜੇ ਤੁਸੀਂ ਮਸੀਹ ਜੀਵਨ ਦੇ ਵਿੱਚ ਆਏ ਹੋ, ਜੇ ਤੁਹਾਡਾ ਜੀਵਨ ਰੁਕਿਆ ਹੋਇਆ ਹੈ, ਤੁਸੀਂ ਕੁਝ ਵੀ ਪ੍ਰਾਪਤ ਨਹੀਂ ਕਰੋਗੇ, ਤੁਹਾਨੂੰ ਅੱਗੇ ਵਧਣਾ ਪਵੇਗਾ, ਚਾਹੇ ਲੱਖ ਪਰੇਸ਼ਾਨੀਆਂ ਹੋਣ, ਮੁਸੀਬਤਾਂ ਹੋਣ, ਦਿੱਕਤਾਂ ਹੋਣ, ਤੁਹਾਨੂੰ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਅੱਗੇ ਵਧਣਾ ਪਵੇਗਾ। ਕਿਉਂਕਿ ਤੁਸੀਂ ਦੇਖੋ ਸੰਤ ਪੌਲੁਸ ਨੇ ਕਿੱਦਾਂ ਦੁੱਖਾਂ ਨੂੰ ਝੱਲਿਆ। ਉਹ ਕਹਿੰਦਾ ਮੈਂ ਵਧੀਕ ਹਾਂ, ਮਾਰਾਂ ਦੇ ਵਿੱਚ, ਕੈਦਾਂ ਦੇ ਵਿੱਚ, ਹਰੇਕ ਗੱਲ 'ਚ ਉਹ ਵਧੀਕ ਸੀਗੀ। ਸੰਤ ਪੌਲੁਸ ਨੂੰ ਬਹੁਤ ਮਾਰ ਪਈ, ਠੀਕ ਹੈ ਨਾ, ਬੜੇ ਦੁੱਖਾਂ ਵਿੱਚੋਂ ਨਿਕਲਿਆ, ਹਰੇਕ ਗੱਲ 'ਚ ਉਹ ਕਹਿੰਦਾ ਮੈਂ ਵਧੀਕ ਹਾਂ। ਇਸੇ ਤਰ੍ਹਾਂ ਉਹ ਚੱਲਦਾ ਗਿਆ ਤੇ ਤੁਸੀਂ ਦੇਖੋ ਸੰਤ ਪੌਲੁਸ ਕਿੱਥੇ ਪਹੁੰਚਿਆ। ਫਿਰ ਦਮਿਸ਼ਕ ਦੇ ਰਾਹ ਤੇ ਖੁਦਾ ਨੇ ਉਹਨੂੰ ਦਰਸ਼ਨ ਦਿੱਤਾ ਤੇ ਉਹਨੇ ਆਪਣੇ ਸਾਰੇ ਤਰਕ ਵਿਤਰਕ ਛੱਡ ਦਿੱਤੇ ਤੇ ਖੁਦਾ ਦੇ ਵਿੱਚ ਅੱਗੇ ਵੱਧਦਾ ਗਿਆ। ਜਦੋਂ ਤੁਸੀਂ ਮਸੀਹ ਦੇ ਵਿੱਚ ਆ ਗਏ ਹੋ, ਤੁਹਾਨੂੰ ਆਪਣੇ ਸਭ ਤਰਕ ਵਿਤਰਕ ਛੱਡਣੇ ਆ ਵੀ ਕਿਸ ਤਰ੍ਹਾਂ ਕੀ ਹੋਵੇਗਾ। ਤੁਸੀਂ ਇਹ ਕਹਿਣਾ ਪ੍ਰਭੂ ਜੀ ਜੋ ਤੂੰ ਚਾਵੇਂ ਉਹ ਸਾਡੇ ਜੀਵਨ ਦੇ ਵਿੱਚ ਹੋਵੇ। ਲੇਕਿਨ ਤੁਸੀਂ ਦੇਖੋ ਅੱਜ ਦੇ ਨਿਕੰਮੇ ਲੋਕ ਵਚਨ ਤੋਂ ਠੋਕਰ ਖਾ ਕੇ ਚਲੇ ਜਾਂਦੇ ਆ। ਉਹ ਕਹਿੰਦੇ ਬੜਾ ਔਖਾ ਆ ਵਚਨ ਤੇ ਚੱਲਣਾ। ਲੇਕਿਨ ਮੈਂ ਤੁਹਾਨੂੰ ਦੱਸਣਾ ਚਾਹਨਾ, ਵਚਨ ਤੇ ਚੱਲਣਾ ਜਿੰਨਾ ਸੌਖਾ ਆ ਉਹਨਾਂ ਸੌਖਾ ਕੁਝ ਵੀ ਨਹੀਂ ਹੋ ਸਕਦਾ। ਕਿਉਂਕਿ ਖੁਦਾ ਨੇ ਕਿਹਾ ਆ, ਹੇ ਮੇਰੀ ਪ੍ਰਜਾ ਬਾਬੁਲ ਦੇ ਵਿੱਚੋਂ ਬਾਹਰ ਆ ਜਾ। ਤੇ ਬਾਬੁਲ ਦੇ ਵਿੱਚੋਂ ਬਾਹਰ ਉਹੀ ਆਵੇਗਾ ਜਿਹੜਾ ਮਨੁੱਖ ਉਹਦਾ ਚੁਣਿਆ ਹੋਇਆ ਹੈ, ਜਿਹਦੇ ਅੰਦਰ ਉਹਦਾ ਜੀਨ ਆ, ਜਿਹਦੇ ਅੰਦਰ ਉਹਦਾ DNA ਆ। ਉਹੀ ਮਨੁੱਖ ਖੁਦਾ ਦਾ ਚੁਣਿਆ ਹੋਇਆ ਹੈ, ਉਹੀ ਮਨੁੱਖ ਖੁਦਾ ਦੀ ਆਵਾਜ਼ ਨੂੰ ਸੁਣੇਗਾ। ਨਹੀਂ ਤਾਂ ਅੱਜ ਹਜ਼ਾਰਾਂ ਲੱਖਾਂ ਲੋਕ ਖੁਦਾ ਨੂੰ ਕਹਿ ਰਹੇ ਹੋ ਸਾਡਾ ਪਿਤਾ ਆ, ਉਹ ਸਾਡਾ ਖੁਦਾ ਆ। ਕਹਿਣ ਦੇ ਨਾਲ ਉਹਨੇ ਖੁਦਾ ਨਹੀਂ ਬਣ ਜਾਣਾ, ਪ੍ਰਾਰਥਨਾ ਕਰਨ ਦੇ ਨਾਲ ਕੁਝ ਨਹੀਂ ਹੋਣਾ। ਜਦੋਂ ਤੱਕ ਤੁਹਾਡਾ ਜੀਵਨ ਮਸੀਹ ਜੀਵਨ ਨਾ ਹੋਵੇ, ਸੰਸਾਰ ਤੋਂ ਅਲੱਗਾ ਜੀਵਨ ਨਾ ਹੋਵੇ, ਅਲੱਗ ਜੀਵਨ ਨਾ ਹੋਵੇ, ਤੁਸੀਂ ਮਸੀਹ ਨਹੀਂ ਹੋ। ਜੇ ਤੁਹਾਡੇ ਜੀਵਨ ਦੇ ਵਿੱਚ ਕੋਈ ਤਬਦੀਲੀ ਨਹੀਂ ਆ, ਤੁਸੀਂ ਮਸੀਹ ਲੋਕਾਂ ਵਾਂਗੂ, ਆਮ ਜਿਹੜੇ ਮਸੀਹ ਲੋਕ ਆਪਣੇ ਆਪ ਨੂੰ ਮਸੀਹ ਕਹਿੰਦੇ ਹਨ, ਤੁਹਾਡਾ ਜੀਵਨ ਉਹਨਾਂ ਤੋਂ ਅਲੱਗ ਨਾ ਹੋਵੇ। ਕਿਉਂਕਿ ਅੱਜ ਹਰ ਬੰਦਾ ਆਪਣੇ ਆਪ ਨੂੰ ਮਸੀਹ ਕਹਿੰਦਾ ਹੈ। ਮਸੀਹ ਕਹਿਣ ਦੇ ਨਾਲ ਕੋਈ ਮਸੀਹ ਨਹੀਂ ਬਣਦਾ। ਮਸੀਹ ਦੇ ਅੰਦਰ ਕੁਝ ਗੁਣ ਹਨ, ਮਸੀਹ ਦੇ ਅੰਦਰ ਕੁਝ ਕੁਆਲਿਟੀਆਂ ਹਨ, ਮਸੀਹ ਦੇ ਅੰਦਰ ਕੁਝ ਪ੍ਰੇਮ ਹੈ। ਮਸੀਹ ਦੇ ਅੰਦਰ ਬਹੁਤ ਸਾਰੀਆਂ ਕੁਆਲਿਟੀਆਂ, ਮਸੀਹ ਦੇ ਅੰਦਰ ਪ੍ਰੇਮ ਆ, ਠੀਕ ਹੈ ਨਾ। ਤੇ ਮਸੀਹ ਜੋ ਕਹਿੰਦਾ ਆ ਤੁਹਾਨੂੰ ਉਹ ਕਰਨਾ ਪਵੇਗਾ। ਜਦੋਂ ਖੁਦਾ ਦਾ ਆਤਮਾ ਕਿਸ ਦੇ ਅੰਦਰ ਆਉਂਦਾ ਆ ਤੇ ਉਹ ਆਪਣੇ ਅਨੁਸਾਰ ਬੰਦੇ ਨੂੰ ਚਲਾਉਂਦਾ ਹੈ, ਫਿਰ ਬੰਦਾ ਆਪਣੀ ਮਰਜ਼ੀ ਨਹੀਂ ਕਰ ਸਕਦਾ। ਲੇਕਿਨ ਤੁਸੀਂ ਦੇਖੋ ਇੱਥੇ ਲੋਕ ਕਹਿੰਦੇ ਆ ਸਾਡੇ ਕੋਲ ਖੁਦਾ ਦਾ ਪਵਿੱਤਰ ਆਤਮਾ ਹੈ, ਲੇਕਿਨ ਲੋਕ ਆਪਣੀਆਂ ਮਰਜ਼ੀਆਂ ਕਰ ਰਹੇ ਹਨ, ਵਚਨ ਤੋਂ ਬਾਹਰ ਕੰਮ ਕਰ ਰਹੇ ਹਨ, ਆਪਣੀ ਸੋਚ ਦਾ ਸਹਾਰਾ ਲੈ ਰਹੇ ਆ, ਆਪਣੀ ਸਮਝ ਦਾ ਸਹਾਰਾ ਲੈ ਰਹੇ ਆ। ਤੇ ਇਹੋ ਜਿਹੇ ਲੋਕ ਆਪਣੀ ਡਾਕਟਰੀਨ ਦੇ ਉੱਪਰ ਚੱਲ ਰਹੇ ਆ। ਜੋ ਤੁਹਾਨੂੰ ਖੁਦਾ ਦਾ ਵਚਨ ਕਹਿੰਦਾ ਤੁਹਾਨੂੰ ਉਹੀ ਕਰਨਾ ਪਵੇਗਾ। ਜੇ ਤੁਸੀਂ ਨਹੀਂ ਕਰਦੇ ਤੇ ਤੁਸੀਂ ਖੁਦਾ ਦੇ ਵਚਨ ਨੂੰ ਘਟਾਉਂਦੇ ਹੋ, ਵਧਾਉਂਦੇ ਹੋ। ਜਿੱਦਾਂ ਡਿਨੋਮੀਨੇਸ਼ਨ ਚਰਚਾਂ ਨੇ ਕੀਤਾ, ਵਚਨ ਦੇ ਵਿੱਚੋਂ ਘਟਾਇਆ ਤੇ ਵਧਾਇਆ। ਅੱਜ ਸੰਦੇਸ਼ ਦੇ ਵਿੱਚ ਵੀ ਕੀ ਲੋਕ ਇਸੇ ਤਰ੍ਹਾਂ ਨਹੀਂ ਕਰ ਰਹੇ, ਆਪਣੀ ਮਰਜ਼ੀ ਦੇ ਨਾਲ ਜੀਵਨ ਬਤੀਤ ਕਰ ਰਹੇ ਆ।
ਇਹ ਸਭ ਕੁਝ ਰੋਂਗ ਆ। ਇਸ ਕਰਕੇ ਨਬੀ ਕਹਿੰਦਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। नबी कहता प्रचार अच्छी चीज है पर शिक्षा आदमी को सही स्थिति में रखती है। प्रचार करना वधिया गल आ, लेकिन सिक्ख्या लेना उस तो भी वधिया गल आ। तुसी प्रचार जे सुन रहे हो वधिया गल आ, लेकिन जे तुसी शिक्षा ले रहे हो ते सब तो वधिया गल है ਵੀ ਤੁਸੀਂ ਸਿੱਖਿਆ ਲੈ ਰਹੇ ਹੋ ਵੀ ਅਸੀਂ ਹੁਣ ਮਸੀਹ ਦੇ ਵਿੱਚ ਆ ਗਏ, ਸਾਡਾ ਅਗਲਾ ਜੀਵਨ ਕਿੱਦਾਂ ਦਾ ਹੋਣਾ ਚਾਹੀਦਾ। ਤੁਸੀਂ ਸਿੱਖਿਆ ਦੁਆਰਾ ਹੀ ਸਿੱਖ ਸਕਦੇ ਹੋ ਵੀ ਅਸੀਂ ਮਸੀਹ ਜੀਵਨ ਕਿੱਦਾਂ ਬਤੀਤ ਕਰਨਾ ਹੈ। ਠੀਕ ਹੈ ਨਾ, ਕਿਉਂਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੇ ਕੋਈ ਮਸੀਹ ਜੀਵਨ ਜੀਂਦਾ ਆ ਤੇ ਖੁਦਾ ਆਪਣੇ ਦੂਤ ਨੂੰ ਭੇਜ ਦਿੰਦਾ ਹੈ, ਆਪਣੇ ਪਿਲਰ ਆਫ ਫਾਇਰ ਨੂੰ ਭੇਜ ਦਿੰਦਾ ਉਹਦੇ ਲਈ। ਤੇ ਪਿਲਰ ਆਫ ਫਾਇਰ ਕੀ ਕਰਦਾ ਆ? ਉਹ ਅੱਗ ਦਾ ਖੰਭਾ ਕੀ ਕਰਦਾ ਆ? ਫਿਰ ਉਸ ਮਨੁੱਖ ਦੀ ਅਗਵਾਈ ਕਰਦਾ ਆ। ਨਬੀ ਨੇ ਕਿਹਾ यहां का देश अमेरिका मुझे रूस भेजे। हुण नबी क्या भाई ब्रैनम ने कहा भी मैनू अमेरिका देश जिहड़ा आ जिथे मैं रह रहा आ ਉਹ ਮੈਨੂੰ रूस ਦੇ ਵਿੱਚ ਭੇਜੇ। ਤੇ ਕੀ ਹੋਵੇਗਾ ਸਾਰਾ ਅਮਰੀਕਾ ਜਿਹੜਾ ਭਾਈ ਬ੍ਰਾਨਮ ਕਹਿੰਦੇ ਵੀ ਮੈਨੂੰ ਮੇਰਾ ਦੇਸ਼ ਅਮਰੀਕਾ रूस ਦੇ ਵਿੱਚ ਭੇਜੇ ਇੱਕ ਰਾਜਦੂਤ ਦੇ ਤੌਰ ਤੇ ਕੀ ਹੋਵੇਗਾ पूरा देश मेरे समर्थन दे विच खड़ेगा। जो मैं बोलांगा ओ मेरी गल नहीं होवेगी, ओ उन्हां दी गल होवेगी। तुहानूं पता जो किसी भी देश दा राजदूत किसी देश दे विच जांदा गलबात करदा आ ते ओ जो कुछ भी बोलदा आ ओदा देश ओदे पिछे खड़ा हुंदा आ ओदा समर्थन करन दे लई, क्योंकि ओ अपने ਲਈ नहीं बोलदा, ओ किदे ਲਈ बोलदा? अपने देश दे ਲਈ बोलदा। भाई ब्रानम कहंदे जे मैनू अमेरिका रूस दे विच भेजे ते कहंदा पूरा ਜਿਹੜਾ ਅਮਰੀਕਾ ਆ ਉਹਦੀ ਪਾਵਰ ਉਹਦੀ ਸ਼ਕਤੀ ਉਹਦੀ ਜਿਹੜਾ ਮਿਲਟਰੀ ਸ਼ਕਤੀ ਆ ਉਹ ਮੇਰੇ ਪਿੱਛੇ ਖੜੀ ਹੋਵੇਗੀ, ਕਿਉਂਕਿ ਮੈਂ ਜੋ ਬੋਲ ਰਿਹਾ ਆ ਅਮਰੀਕਾ ਦੇ ਲਈ ਬੋਲ ਰਿਹਾ ਆ। ਤੇ ਇਸੇ ਤਰ੍ਹਾਂ ਉਹ ਕਹਿੰਦਾ ਨਬੀ ਕਹਿੰਦਾ ਜਦੋਂ ਇੱਕ ਖੁਦਾ ਦਾ ਬੰਦਾ ਇੱਕ ਖੁਦਾ ਦਾ ਰਾਜਦੂਤ ਖੁਦਾ ਦੇ ਕੰਮਾਂ ਦੇ ਲਈ ਜੇ ਕੁਝ ਬੋਲਦਾ ਆ ਤੇ ਕੀ ਸਵਰਗੀ ਸ਼ਕਤੀਆਂ ਉਹਦੇ ਪਿੱਛੇ ਨਹੀਂ ਖੜੀਆਂ ਹੋਈਆਂ? ਇੰਨੀ ਪਾਵਰ ਹੁੰਦੀ ਆ ਇੱਕ ਰਾਜਦੂਤ ਦੇ ਅੰਦਰ। ਤੇ ਤੁਸੀਂ ਵੀ ਇੱਕ ਰਾਜਦੂਤ ਹੋ, ਖੁਦਾ ਦੇ ਧੀਆਂ ਪੁੱਤਰ। ਜਦੋਂ ਤੁਸੀਂ ਸਮੇਂ ਦਾ ਸੰਦੇਸ਼ ਕਿਸ ਨੂੰ ਜਾ ਕੇ ਦੱਸਦੇ ਹੋ ਵੀ ਆਹ ਸਚਾਈ ਆ ਤੇ ਤੁਸੀਂ ਖੁਦਾ ਦੇ ਕੰਮ ਕਰ ਰਹੇ ਹੁੰਦੇ ਹੋ ਤੇ ਤੁਸੀਂ ਵੀ ਉਹਦੇ ਰਾਜਦੂਤ ਹੋ। ਤੁਹਾਨੂੰ ਡਰਨ ਦੀ ਲੋੜ ਨਹੀਂ ਆ, ਤੁਹਾਨੂੰ ਡਰਨ ਦੀ ਲੋੜ ਨਹੀਂ ਆ। ਪੂਰੇ ਸਵਰਗ ਦੀ ਸ਼ਕਤੀਆਂ ਤੁਹਾਡੇ ਪਿੱਛੇ ਖੜੀਆਂ ਹਨ। ਭਾਈ ਬ੍ਰਾਨਮ ਕਹਿੰਦੇ ਉਹਨਾਂ ਨੇ ਕਿਹਾ ਜਿੱਦਾਂ ਇੱਕ ਰਾਜਦੂਤ ਦੇ ਪਿੱਛੇ पूरी शक्तियां खड़ियां होंदियां आ, पूरा देश ਉਹਦੇ ਪਿੱਛੇ ਖੜਾ ਹੁੰਦਾ ਆ। ਉਹਨੂੰ ਪਤਾ ਹੁੰਦਾ ਮੇਰੇ ਪਿੱਛੇ ਮੇਰੇ ਦੇਸ਼ ਦੀ ਮਿਲਟਰੀ ਪਾਵਰ ਆ। ਉਹ ਜੋ ਗੱਲ ਕਰਦਾ ਆਪਣੇ ਦੇਸ਼ ਦੇ ਹਿੱਤ ਦੇ ਲਈ ਕਰਦਾ ਆ ਤੇ ਉਹਦੇ ਪਿੱਛੇ ਉਹਦਾ ਪੂਰਾ ਦੇਸ਼ ਖੜਾ ਹੁੰਦਾ ਆ। ਤੇ ਇਸੇ ਤਰ੍ਹਾਂ ਨਬੀ ਕਹਿੰਦਾ ਜਦੋਂ ਮੈਂ ਰੂਸ ਦੇ ਵਿੱਚ ਮੈਨੂੰ ਭੇਜਿਆ ਜਾਵੇ ਤੇ ਮੇਰਾ ਅਮਰੀਕਾ ਮੇਰੇ ਪਿੱਛੇ ਖੜਾ ਆ। ਕਹਿੰਦਾ ਇਸੇ ਤਰ੍ਹਾਂ ਕਹਿੰਦਾ ਇੱਕ ਆਤਮਿਕ ਬੰਦਾ ਜਦੋਂ ਕੁਝ ਬੋਲਦਾ ਆ ਤੇ ਉਹ ਖੁਦਾ ਦੇ ਸਭ ਦੂਤ ਖੁਦਾ ਦੀ ਸਾਰੀਆਂ ਸ਼ਕਤੀਆਂ ਉਹਦੇ ਪਿੱਛੇ ਖੜੀਆਂ ਹੁੰਦੀਆਂ ਹਨ। ਕਿੰਨੀ ਵਧੀਆ ਇਹ ਗੱਲ ਆ। ਇਸ ਕਰਕੇ ਨਬੀ ਕਹਿੰਦਾ स्वर्ग की सारी शक्तियां हमारे पक्ष में है। यदि खुदा ने हमें अपना राजदूत होने के लिए भेजा है तो स्वर्ग की सारी शक्तियां हमारे पक्ष में हैं। वो कहता सारियां शक्तियां फिर साडे पक्ष दे विच आ। तानू पता जदों खुदा ने कहा सीगा भी जो कुछ तू पृथ्वी ते बनेगा स्वर्ग विच बन दिता जाएगा। उन्हें पतरस नू कहा सीगा, उन्हें कहा सी जो कुछ तू धरती ते बनेगा स्वर्ग विच बनिया जाएगा, जो कुछ तू धरती ते खोलेगा स्वर्ग विच खोल दिता जाएगा। कितनी वड्डी पावर दी सी उन्हें पतरस नू। इस तरह खुदावंद अपने लोकां नू पावर दिंदा आ, शक्ति दिंदा आ, क्योंकि पवित्र आत्मा अपने लोकां दी अगवाई करदा आ। इस तरह जिद्दां नबी ने कहा भी अमेरिका दे विचों मैं रूस दे विच जावां तां पूरा अमेरिका मेरे पिछे खड़ा होवेगा। इसे तरह जो एक आत्मिक मनुख बोलदा आ ते स्वर्ग दे सारे दूत ओदे पिछे खड़े हुंदे हन, स्वर्ग दीयां सारियां शक्तियां ओदे पिछे खड़ियां हुंदियां हन। ਜਦੋਂ कोई समय दे संदेश दा प्रचार करदा ते स्वर्ग दीयां सारियां शक्तियां ओदे पिछे खड़ियां हन। इस करके खुदा दे लोग सच्चाई बोलण तो कदे नहीं डरदे। खुदा दे लोग हमेशा की करदे आ, सच्चाई बोलदे आ। नबी ने क्या आ, भाई ब्रैनम ने क्या, तुहानू मसीह नू जानन दे लई ਉਹ ਸਭ ਕੁਝ ਭੁਲਾਣਾ ਪਵੇਗਾ। ਜੇ ਕਿਸ ਨੇ ਮਸੀਹ ਨੂੰ ਜਾਣਨਾ ਆ
ਪਵਿੱਤਰ ਆਤਮਾ ਨੂੰ ਜਾਣਨਾ ਆ ਤੇ ਉਹਨੂੰ ਸਭ ਕੁਝ ਭੁਲਾਣਾ ਪਵੇਗਾ। ਉਹ ਕਹਿੰਦਾ ਤੁਹਾਨੂੰ ਸਭ ਕੁਝ ਭੁਲਾਣਾ ਹੋਵੇਗਾ ਜਿਹੜਾ ਤੁਸੀਂ ਆਪਣੇ ਹੀ ਗਿਆਨ ਵਿੱਚ ਕਦੇ ਜਾਣਿਆ ਹੈ। ਕਹਿੰਦਾ ਤੁਹਾਨੂੰ ਆਪਣਾ ਗਿਆਨ, ਆਪਣੀ ਸਮਝ ਸਭ ਕੁਝ ਛੱਡਣਾ ਪੈਣਾ। ਤੁਹਾਨੂੰ ਪਤਾ ਸੰਤ ਪੌਲੁਸ ਆਪਣੇ ਸਮੇਂ ਦਾ ਬੜਾ ਹੀ ਗਿਆਨੀ ਮਨੁੱਖ ਸੀਗਾ, ਲੇਕਿਨ ਜਦੋਂ ਦਮਿਸ਼ਕ ਦੇ ਰਾਹ ਦੇ ਉੱਪਰ ਉਹਨੂੰ ਖੁਦਾ ਦੇ ਦਰਸ਼ਨ ਦਿੱਤਾ, ਉਹਨੇ ਆਪਣੇ ਸਾਰੇ ਤਰਕ ਵਿਤਰਕ ਛੱਡ ਕੇ ਕੀ ਕੀਤਾ? ਖੁਦਾ ਦੀ ਮਹਿਮਾ ਕੀਤੀ, ਖੁਦਾ ਦੇ ਪਿੱਛੇ ਚੱਲਿਆ। ਇਸ ਕਰਕੇ ਸਾਡੇ ਯੁੱਗ ਦੇ ਨਬੀ ਨੇ ਕਿਹਾ ਤੁਹਾਨੂੰ ਮਸੀਹ ਨੂੰ ਜਾਣਨ ਦੇ ਲਈ, ਜੇ ਤੁਸੀਂ ਮਸੀਹ ਨੂੰ ਜਾਣਨਾ ਹੈ, ਪਵਿੱਤਰ ਆਤਮਾ ਨੂੰ ਜਾਣਨਾ ਹੈ, ਤੁਹਾਨੂੰ ਆਪਣਾ ਸਭ ਕੁਝ ਭੁਲਾਣਾ ਪਵੇਗਾ। ਖੁਦਾ ਦੀ ਸ਼ਕਤੀਆਂ ਪਿੱਛੇ ਆ ਕੇ ਇਦਾਂ ਕੰਮ ਨਹੀਂ ਕਰਦੀਆਂ। ਜੇ ਕੋਈ ਆਪਣੇ ਆਪ ਨੂੰ ਕਹੇ ਵੀ ਮੈਂ ਖੁਦਾ ਦਾ ਬੰਦਾ ਆ, ਮੈਂ ਖੁਦਾ ਦਾ ਰਾਜਦੂਤ ਆ, ਮੈਂ ਖੁਦਾ ਲਈ ਕੰਮ ਕਰ ਰਿਹਾ, ਜੇ ਤੁਸੀਂ ਖੁਦਾ ਲਈ ਕੰਮ ਕਰ ਰਹੇ ਤੁਹਾਨੂੰ ਆਪਣਾ ਸਭ ਕੁਝ ਭੁਲਾਣਾ ਪਵੇਗਾ। ਜਿਸ ਤਰ੍ਹਾਂ ਸੰਤ ਪੌਲੁਸ ਨੇ ਖੁਦਾ ਦਾ ਕੰਮ ਕੀਤਾ ਤੇ ਲੇਕਿਨ ਉਹਨੇ ਆਪਣਾ ਸਭ ਕੁਝ ਭੁਲਾ ਦਿੱਤਾ। ਜਿਹੜੀ ਉਹਨੇ ਸਿੱਖਿਆ ਲਈ ਸੀਗੀ, ਜਿਹੜੀ ਉਹਦੇ ਕੋ ਪੜ੍ਹਾਈ ਲਿਖਾਈ ਸੀ, ਉਹਨੇ ਸਭ ਕੁਝ ਪਿੱਛੇ ਕਰਕੇ ਖੁਦਾ ਨੂੰ ਪਹਿਲ ਦਿੱਤੀ। ਇਸ ਕਰਕੇ ਨਬੀ ਕਹਿੰਦਾ ਤੁਹਾਨੂੰ ਮਸੀਹ ਨੂੰ ਜਾਣਨ ਦੇ ਲਈ ਆਪਣਾ ਸਭ ਕੁਝ ਭੁਲਾਣਾ ਪਵੇਗਾ ਜਿਹੜਾ ਤੁਸੀਂ ਆਪਣੇ ਹੀ ਗਿਆਨ ਵਿੱਚ ਕਦੇ ਜਾਣਿਆ ਹੈ। ਕਹਿੰਦਾ ਜਿਹੜਾ ਤੁਸੀਂ ਆਪਣੇ ਗਿਆਨ 'ਚ ਕਦੇ ਜਾਣਿਆ ਹੈ, ਉਹ ਤੁਸੀਂ ਬਸ ਬੱਚੇ ਵਾਂਗੂ ਆਓ ਅਤੇ ਉਸ ਨੂੰ ਸਵੀਕਾਰ ਕਰੋ। ਇਹਦਾ ਇੱਕ ਬੱਚਾ ਆਂਦਾ, ਕਹਿੰਦਾ ਬੱਚੇ ਵਾਂਗੂ ਆਓ ਤੇ ਮਸੀਹ ਨੂੰ ਸਵੀਕਾਰ ਕਰੋ। ਬਸ ਇਹੀ ਗੱਲ ਹੈ, ਇਹੀ ਉਹ ਢੰਗ ਹੈ ਜਿਸ ਦੇ ਨਾਲ ਤੁਸੀਂ ਖੁਦਾ ਨੂੰ ਸਵੀਕਾਰ ਕਰ ਸਕਦੇ ਹੋ। ਤੁਹਾਨੂੰ ਹਲੀਮੀ ਦੇ ਨਾਲ ਆਣਾ ਪੈਣਾ, ਆਪਣਾ ਸਭ ਗਿਆਨ ਗਿਉਨ ਛੱਡ ਕੇ ਆਣਾ ਪੈਣਾ ਜੇ ਮਸੀਹ ਨੂੰ ਜਾਣਨਾ ਹੈ ਵੀ ਮਸੀਹ ਹੈ ਕੀ ਆ ਤੇ ਮਸੀਹ ਆਪਣੇ ਵਚਨ ਵਿੱਚ ਕਿੱਦਾਂ ਕੰਮ ਕਰਦਾ। ਨਬੀ ਨੇ ਇਸ ਗੱਲ ਨੂੰ ਕਿਹਾ ਤੁਸੀਂ ਜਿੰਨੇ ਵੱਧ ਤੁਸੀਂ ਹੋਰ ਹਲੀਮ ਹੋ ਸਕਦੇ ਹੋ, ਹੋਰ ਸਾਦੇ ਹੋ ਸਕਦੇ ਹੋ ਅਤੇ ਆਪਣੇ ਆਪ ਤੋਂ, ਆਪਣੇ ਵਿਚਾਰਾਂ ਤੋਂ ਦੂਰ ਹੋ ਜਾਓ। ਜਦੋਂ ਸੰਤ ਪੌਲੁਸ ਨੂੰ ਦਮਿਸ਼ਕ ਦੇ ਰਾਹ ਤੇ ਦਰਸ਼ਨ ਦਿੱਤਾ ਸੀ, ਉਹਨੇ ਕੋਈ ਤਰਕ ਵਿਤਰਕ ਨਹੀਂ ਕੀਤਾ। ਉਹਨੇ ਇਹੀ ਕਿਹਾ ਆ ਤੂੰ ਕੌਣ ਹੈ? हे प्रभु तू कौन है? उसने कहा मैं यीशु हाँ जो तेरे नाल गल्लां करदा हाँ। ते ਉਹਨੇ ਕੋਈ ਸਵਾਲ ਜਵਾਬ ਨਹੀਂ ਕੀਤਾ, ਕੋਈ ਤਰਕ ਵਿਤਰਕ ਨਹੀਂ ਕੀਤਾ। ਉਹਨੇ ਆਪਣੇ ਆਪ ਨੂੰ ਮਸੀਹ ਦੇ ਲਈ ਅਰਪਿਤ ਕਰ ਦਿੱਤਾ ਸੰਤ ਪੌਲੁਸ ਨੇ। ਤੇ ਦੇਖੋ ਕਿਦਾਂ ਸੰਤ ਪੌਲੁਸ ਦੇ ਦੁਆਰਾ ਖੁਦਾ ਨੇ ਵੱਡੇ ਵੱਡੇ ਕੰਮ ਕੀਤੇ, ਉਹਦੀ ਸ਼ਕਤੀਆਂ ਨੇ ਕੰਮ ਕੀਤਾ। ਇਦਾਂ ਭਾਈ ਬ੍ਰਾਨਮ ਨੇ ਕਿਹਾ ਵੀ ਜਦੋਂ ਇੱਕ ਰਾਜਦੂਤ ਕਿਸੇ ਦੂਜੇ ਦੇਸ਼ 'ਚ ਜਾਂਦਾ ਤੇ ਉਹਦਾ ਜਿਹੜਾ ਦੇਸ਼ ਹੁੰਦਾ, ਉਹਦੀ ਸ਼ਕਤੀਆਂ ਉਹਦੇ ਪਿੱਛੇ ਖੜੀਆਂ ਹੁੰਦੀਆਂ, ਉਹ ਸ਼ਕਤੀਆਂ, ਉਹ ਪਾਵਰ ਉਹਦੇ ਪਿੱਛੇ ਖੜੀ ਹੁੰਦੀ। ਇਸੇ ਤਰ੍ਹਾਂ ਖੁਦਾ ਦੇ ਬੰਦੇ ਜਦੋਂ ਖੁਦਾ ਦਾ ਕੰਮ ਕਰਦੇ ਤੇ ਖੁਦਾ ਦੇ ਦੂਤ, ਉਹਦੇ ਅਗਨੀ ਰਥ ਉਸ ਬੰਦੇ ਦੇ ਪਿੱਛੇ ਖੜੇ ਹੁੰਦੇ ਆ। ਸਵਰਗ ਦੀ ਸਾਰੀ ਸੈਨਾ, ਸਾਰੀ ਸ਼ਕਤੀਆਂ ਉਸ ਆਤਮਿਕ ਬੰਦੇ ਦੇ ਪਿੱਛੇ ਖੜੀਆਂ ਹੁੰਦੀਆਂ। ਇਸ ਕਰਕੇ ਜਿਹੜਾ ਮਸੀਹ ਜੀਵਨ ਆ ਉਹ ਆਮ ਜੀਵਨ ਨਹੀਂ ਆ। ਅਤੇ ਜਿੰਨੇ ਤੁਸੀਂ ਹਲੀਮ ਹੋ ਸਕਦੇ ਹੋ, ਹੋਰ ਸਾਦੇ ਹੋ ਸਕਦੇ ਹੋ ਅਤੇ ਆਪਣੇ ਆਪ ਤੋਂ, ਆਪਣੇ ਵਿਚਾਰਾਂ ਤੋਂ ਦੂਰ ਹੋ ਜਾਓ। ਸਿਰਫ ਖੁਦਾ ਦੇ ਵਚਨ ਨੂੰ ਲਵੋ ਜੋ ਇਸ ਦੇ ਯੋਗ ਹੈ ਅਤੇ ਇਸ ਦਾ ਵਿਸ਼ਵਾਸ ਕਰੋ। ਅਤੇ ਇਹ ਵਿਸ਼ਵਾਸ ਦੇ ਰਾਹੀ ਹੈ ਜਿਸ ਦੇ ਨਾਲ ਇਹ ਚੀਜ਼ਾਂ ਆਉਂਦੀਆਂ ਹਨ। ਇਹ ਨਹੀਂ ਕਿ ਤੁਸੀਂ ਕੀ ਸਮਝ ਸਕਦੇ ਹੋ, ਤੁਸੀਂ ਕਦੇ ਵੀ ਯੋਗ ਨਹੀਂ ਬਣੋਗੇ। ਸੰਸਾਰ ਉਤੇ ਕਦੇ ਵੀ ਕੋਈ ਅਜਿਹਾ ਇਨਸਾਨ ਨਹੀਂ ਹੋਇਆ, ਨਾ ਸੰਤ ਹੋਇਆ ਜਿਸਨੇ ਕਦੀ ਖੁਦਾ ਨੂੰ ਸਮਝਿਆ ਹੋਵੇ। ਕੋਈ ਬੰਦਾ ਖੁਦਾ ਨੂੰ ਨਹੀਂ ਸਮਝ ਸਕਦਾ ਜਦੋਂ ਤੱਕ ਖੁਦਾਵੰਦ ਖੁਦ ਉਸ ਨੂੰ ਆਪਣੀ ਸਮਝ ਨਾ ਦੇ ਦੇਵੇ। ਆਪਣੇ ਗਿਆਨ ਦੇ ਨਾਲ ਕੋਈ ਬੰਦਾ ਖੁਦਾ ਨੂੰ ਸਮਝ ਨਹੀਂ ਸਕਦਾ। ਇਸ ਕਰਕੇ ਯਾਦ ਰੱਖਣਾ, ਖੁਦਾਵੰਦ ਹਮੇਸ਼ਾ, ਜੋ ਕੋਈ ਮਨੁੱਖ ਆਪਣੇ ਆਪ ਨੂੰ ਸਮਰਪਿਤ ਕਰ ਦਿੰਦਾ ਖੁਦਾ ਦੇ ਲਈ, ਉਹਦੀ ਸ਼ਕਤੀਆਂ, ਜੇ ਆਪਣੇ ਆਪ ਨੂੰ ਰਾਜਦੂਤ ਬਣਾ ਲੈਂਦਾ ਹੈ ਖੁਦਾ ਦਾ, ਤੇ ਖੁਦਾ ਦੀ ਸ਼ਕਤੀਆਂ ਉਹਦੇ ਨਾਲ ਹੀ ਕੰਮ ਕਰਦੀਆਂ। ਹਰੇਕ ਮਨੁੱਖ ਦੇ ਨਾਲ ਖੁਦਾ ਦੀ ਸ਼ਕਤੀਆਂ ਕੰਮ ਨਹੀਂ ਕਰਦੀਆਂ। ਇਸ ਗੱਲ ਨੂੰ ਯਾਦ ਰੱਖਣਾ ਹਮੇਸ਼ਾ। ਅਸੀਂ ਕੱਢਾਂਗੇ ਦੂਸਰਾ ਰਾਜਾ 6 ਦੀ ਪਹਿਲੇ ਇੱਕ ਤੋਂ ਪੜਾਂਗੇ। ਦੂਸਰਾ ਰਾਜਾ 6 ਦੀ 8 ਤੋਂ ਪੜ ਲਵਾਂਗੇ। ਦੂਸਰਾ ਰਾਜਾ 6 ਦੀ 8। ਆਰਾਮ ਦਾ ਰਾਜਾ ਇਸਰਾਇਲ ਨਾਲ ਲੜ ਰਿਹਾ ਸੀ, ਸੋ ਉਸਨੇ ਆਪਣੇ ਚਾਕਰਾਂ ਨਾਲ ਮਤਾ ਪਕਾਇਆ ਅਤੇ ਆਖਿਆ ਭਈ ਫਲਾਨੀ ਫਲਾਨੀ ਥਾਂ ਮੇਰਾ ਡੇਰਾ ਲੱਗੇਗਾ। ਸੋ ਖੁਦਾ ਦੇ ਜਨ ਨੇ ਇਸਰਾਇਲ ਦੇ ਪਾਤਸ਼ਾਹ ਨੂੰ ਅਖਵਾ ਘੱਲਿਆ ਭਈ ਖਬਰਦਾਰ ਇਸ ਥਾਂ ਦੇ ਵਿੱਚ ਦੀ ਨਾ ਲੰਗੀ, ਕਿਉਂ ਜੋ ਉਧਰ ਆਰਾਮੀ ਆ ਰਹੇ ਹਨ। ਅਤੇ ਇਸਰਾਇਲ ਦੇ ਪਾਤਸ਼ਾਹ ਨੇ ਉਸ ਥਾਂ ਨੂੰ ਜਿਸ ਦੇ ਲਈ ਖੁਦਾ ਨੇ ਜਨ ਨੇ ਆਖਿਆ ਤੇ ਉਸ ਨੂੰ ਚਿਤਾਇਆ ਸੀ, ਆਦਮੀ ਘੱਲੇ ਅਤੇ ਉੱਥੋਂ ਕਈ ਵਾਰ ਆਪਣਾ ਬਚਾਓ ਕੀਤਾ।
ਤਦ ਇਸ ਗੱਲ ਦੇ ਕਾਰਨ ਆਰਾਮ ਦਾ ਰਾਜਾ ਜੀ ਘਬਰਾ ਗਿਆ, ਆਰਾਮ ਦੇ ਰਾਜਾ ਦਾ ਜੀ ਘਬਰਾ ਗਿਆ ਤੇ ਉਸਨੇ ਆਪਣੇ ਚਾਕਰਾਂ ਨੂੰ ਸੱਦ ਕੇ ਉਹਨਾਂ ਨੂੰ ਆਖਿਆ, ਕੀ ਤੁਸੀਂ ਮੈਨੂੰ ਦੱਸੋਗੇ ਭਈ ਸਾਡੇ ਵਿੱਚੋਂ ਕੌਣ ਹੈ ਆਦਮੀ ਇਸਰਾਇਲ ਦੇ ਪਾਤਸ਼ਾਹ ਵੱਲ ਹੈ? ਕਹਿੰਦਾ ਕੌਣ ਹੈ ਉਹ ਆਦਮੀ ਜੋ ਇਸਰਾਇਲ ਦੇ ਪਾਤਸ਼ਾਹ ਵੱਲ ਹੈ? ਹੁਣ ਆਰਾਮ ਦਾ ਰਾਜਾ ਕੀ ਕਰ ਰਿਹਾ ਸੀ? ਇਜ਼ਰਾਈਲੀਆਂ ਦੇ ਨਾਲ ਲੜਾਈ ਕਰ ਰਿਹਾ ਸੀ, ਲੇਕਿਨ ਅਲੀਸ਼ਾ ਸਭ ਕੁਝ ਦੱਸੀ ਜਾਂਦਾ ਸੀ ਰਾਜੇ ਨੂੰ ਵੀ ਤੁਸੀਂ ਆਪਣਾ ਬਚਾਅ ਕਿੱਦਾਂ ਕਰਨਾ। ਤੇ ਜਿਹੜਾ ਆਰਾਮ ਦਾ ਰਾਜਾ ਸੀ ਉਹਦਾ ਮਨ ਘਬਰਾ ਗਿਆ। ਉਹ ਕਹਿੰਦਾ ਮੈਂ ਜੋ ਪਲੈਨਿੰਗ ਕਰਦਾ ਆ, ਜੋ ਮੈਂ ਗੱਲਾਂ ਆਪਣੇ ਕਮਰੇ ਵਿੱਚ ਕਰਦਾ ਆ, ਉਹ ਕਿੱਦਾਂ ਇੱਥੇ ਤੱਕ ਪਹੁੰਚਦੀਆਂ। ਉਹਨੇ ਆਪਣੇ ਲੋਕਾਂ ਨੂੰ ਕਿਹਾ ਕਿ ਤੁਸੀਂ ਤਾਂ ਨਹੀਂ ਮੇਰੇ ਨਾਲ ਗਦਾਰੀ ਕਰ ਰਹੇ। ਲੇਕਿਨ ਤਦ ਉਸਦੇ ਚਾਕਰਾਂ ਵਿੱਚੋਂ ਇੱਕ ਨੇ ਆਖਿਆ, ਮੇਰੇ ਸਵਾਮੀ ਜੀ, ਮੇਰੇ ਸਵਾਮੀ ਤੇ ਪਾਤਸ਼ਾਹ, ਕੋਈ ਨਹੀਂ ਪਰ ਅਲੀਸ਼ਾ ਨਬੀ ਜੋ ਇਸਰਾਇਲ ਵਿੱਚ ਹੈ, ਤੇਰੀਆਂ ਗੱਲਾਂ ਜੋ ਤੂੰ ਆਪਣੇ ਸੌਣ ਵਾਲੇ ਕਮਰੇ ਵਿੱਚ ਕਰਦਾ ਹੈ ਇਸਰਾਇਲ ਦੇ ਪਾਤਸ਼ਾਹ ਨੂੰ ਦੱਸਦਾ ਹੈ। ਫਿਰ ਉਹਦੇ ਇੱਕ ਚਾਕਰ ਨੇ ਉਹਨੂੰ ਕਿਹਾ, ਆਰਾਮ ਦੇ ਰਾਜੇ ਦੇ ਇੱਕ ਚਾਕਰ ਨੇ ਉਹਨੂੰ ਕਿਹਾ ਵੀ ਜੋ ਗੱਲਾਂ ਤੂੰ ਆਪਣੇ ਕਮਰੇ ਵਿੱਚ ਕਰਦਾ ਆ ਉਹ ਅਲੀਸ਼ਾ ਦੱਸਦਾ ਆ। ਹੁਣ ਬੜੀ ਹੈਰਾਨੀ ਵਾਲੀ ਗੱਲ ਆ ਵੀ ਅਲੀਸ਼ਾ ਕਿੱਦਾਂ ਦੱਸ ਸਕਦਾ? ਕਰਦਾ ਹੈ ਇਸਰਾਇਲ ਦੇ ਪਾਤਸ਼ਾਹ ਨੂੰ ਦੱਸਦਾ ਹੈ। ਤਾਂ ਉਹ ਬੋਲਿਆ, ਜਾ ਕੇ ਵੇਖੋ ਕਿੱਥੇ ਹੈ ਭਾਈ, ਮੈਂ ਉਸਨੂੰ ਫੜ ਕੇ ਲੈ ਆਵਾਂ। ਫਿਰ ਉਹ ਕਹਿੰਦਾ ਵੀ ਉਹਨੂੰ ਫੜ ਕੇ ਲਿਆਓ, ਕਿੱਥੇ ਆ ਵੀ ਮੈਂ ਉਹਨੂੰ ਫੜ ਕੇ ਲਿਆਵਾਂ, ਕਿਉਂਕਿ ਉਹ ਮੇਰੀਆਂ ਗੱਲਾਂ ਦੱਸੀ ਜਾਂਦਾ ਹੈ। ਹੁਣ ਤੁਸੀਂ ਦੇਖੋ ਕਿਸ ਤਰ੍ਹਾਂ ਪਵਿੱਤਰ ਆਤਮਾ ਪਾਇਆ ਹੋਇਆ ਮਨੁੱਖ, ਖੁਦਾ ਦੇ ਵਿੱਚ ਭਰਿਆ ਹੋਇਆ ਅਲੀਸ਼ਾ ਉਹਦੀਆਂ ਗੱਲਾਂ ਉਹਨੂੰ ਦੱਸ ਦਿੰਦਾ ਸੀਗਾ, ਕਿਉਂਕਿ ਖੁਦਾਵੰਦ ਆਪਣੇ ਲੋਕਾਂ ਤੇ ਕੁਝ ਗੱਲਾਂ ਨੂੰ ਪ੍ਰਗਟ ਕਰਦਾ ਆ। ਸੋ ਉਸਨੇ ਘੋੜੀਆਂ, ਰਥਾਂ ਅਤੇ ਇੱਕ ਤਗੜੀ ਫੌਜ ਨੂੰ ਉੱਪਰ ਘੱਲਿਆ ਅਤੇ ਉਹਨਾਂ ਨੇ ਰਾਤੋਂ ਰਾਤ ਜਾ ਕੇ ਸ਼ਹਿਰ ਨੂੰ ਘੇਰ ਲਿਆ। ਹੁਣ ਕੀ ਹੋਇਆ? ਰਾਜੇ ਨੇ ਅਲੀਸ਼ਾ ਨੂੰ ਫੜਨ ਦੇ ਲਈ ਰੱਥ, ਘੋੜੇ ਤੇ ਸੈਨਾ ਭੇਜੀ ਤਾਂ ਕਿ ਉਹਨੂੰ ਫੜ ਲਵੇ। ਤੇ ਫਿਰ ਕੀ ਹੁੰਦਾ ਆ ਭਾਈ, ਫੌਜ ਨੇ ਘੋੜਿਆਂ ਤੇ ਰਥਾਂ ਦੇ ਸ਼ਹਿਰ ਨੂੰ ਘੇਰਿਆ ਹੋਇਆ ਹੈ। ਤਦ ਉਸਦੇ ਟਹਿਲੂਏ ਨੇ ਉਸਨੂੰ ਆਖਿਆ, ਹਾਏ ਮੇਰੇ ਸਵਾਮੀ ਜੀ, ਅਸੀਂ ਕੀ ਕਰੀਏ? ਹੁਣ ਜਿਹੜਾ ਸ਼ਾਉਲ ਦਾ ਟਹਿਲੂਆ ਸੀ ਉਹ ਡਰ ਗਿਆ, ਘਬਰਾ ਗਿਆ, ਕੀ ਦੇਖ ਕੇ ਵੀ ਬੜੀ ਤਗੜੀ ਸੈਨਾ ਆ। ਉਹਨੇ ਕਿਹਾ, ਹਾਏ ਮੇਰੇ ਸਵਾਮੀ ਜੀ, ਅਸੀਂ ਕੀ ਕਰੀਏ? ਤਦ ਉਸਦੇ ਟਹਿਲੂਏ ਨੇ ਉਸਨੂੰ ਆਖਿਆ, ਹਾਏ ਮੇਰੇ ਸਵਾਮੀ ਜੀ, ਅਸੀਂ ਕੀ ਕਰੀਏ? ਉਸਨੇ ਆਖਿਆ, ਨਾ ਡਰ, ਕਿਉਂ ਜੋ ਸਾਡੇ ਨਾਲ ਦੇ ਉਹਨਾਂ ਦੇ ਨਾਲ ਦਿਆਂ ਨਾਲੋਂ ਬਾਹਲੇ ਹਨ। ਹੁਣ ਅਲੀਸ਼ਾ ਕੀ ਕਹਿੰਦਾ ਆਪਣੇ ਚਾਕਰ ਨੂੰ, ਆਪਣੇ ਜਨ ਨੂੰ? ਕਹਿੰਦਾ ਜਿਹੜੀ ਫੌਜ ਉਹਨਾਂ ਦੀ ਫੌਜ ਦੇ ਨਾਲੋਂ ਸਾਡੇ ਕੋਲ ਵਧੇਕ ਫੌਜ ਹੈ, ਲੇਕਿਨ ਹੁਣ ਉਹਨੂੰ ਦਿਖ ਨਹੀਂ ਰਹੀ ਸੀਗੀ। ਉਸਨੇ ਆਖਿਆ, ਨਾ ਡਰ। ਤਦ ਅਲੀਸ਼ਾ ਨੇ ਬੇਨਤੀ ਕੀਤੀ ਤੇ ਆਖਿਆ, ਹੇ ਯਹੋਵਾ, ਤੂੰ ਉਸ ਦੀਆਂ ਅੱਖਾਂ ਖੋਲ ਪਈ ਉਹ ਵੇਖੇ। ਅਤੇ ਯਹੋਵਾ ਨੇ ਉਸ ਜਵਾਨ ਦੀਆਂ ਅੱਖਾਂ ਖੋਲ ਦਿੱਤੀਆਂ ਤੇ ਉਸਨੇ ਨਿਗਾਹ ਕਰਕੇ ਵੇਖਿਆ ਭਈ ਅਲੀਸ਼ਾ ਦੇ ਦੁਆਲੇ ਦਾ ਪਹਾੜ ਅਗਨ ਦੇ ਘੋੜਿਆਂ ਤੇ ਰੱਥਾਂ ਦੇ ਨਾਲ ਭਰਿਆ ਹੋਇਆ ਹੈ। ਹੁਣ ਇਹ ਕੌਣ ਸੀਗਾ? ਇੱਕ ਰਾਜਦੂਤ ਸੀਗਾ। ਇਹਦਾ ਭਾਈ ਬ੍ਰਾਨਮ ਨੇ ਕਿਹਾ ਵੀ ਪੂਰੇ ਦੇਸ਼ ਦੀਆਂ ਸ਼ਕਤੀਆਂ ਰਾਜਦੂਤ ਦੇ ਪਿੱਛੇ ਖੜੀਆਂ ਹੁੰਦੀਆਂ। ਤੇ ਜਦੋਂ ਅਲੀਸ਼ਾ ਨੂੰ ਸੈਨਾ ਨੇ ਘੇਰਿਆ ਤੇ ਕੀ ਹੋਇਆ? ਉਹਨੇ ਆਪਣੇ ਚਾਕਰ ਨੂੰ ਕਿਹਾ ਵੀ ਇਹਦੀ ਅੱਖਾਂ ਨੂੰ ਖੋਲ ਦੇ, ਖੁਦਾਵੰਦ ਇਸ ਚਾਕਰ ਦੀ ਅੱਖਾਂ ਨੂੰ ਖੋਲ ਦੇ ਤਾਂ ਕਿ ਇਹ ਵੀ ਵੇਖੇ, ਕਿਉਂਕਿ ਉਹਦਾ ਚਾਕਰ ਸੀ ਜਿਹੜਾ ਅਲੀਸ਼ਾ ਦਾ, ਉਹ ਡਰ ਰਿਹਾ ਸੀਗਾ। ਤੇ ਉਹਨੇ ਕਿਹਾ ਘੋੜਿਆਂ ਤੇ ਰਥਾਂ ਨਾਲ ਭਰਿਆ ਹੋਇਆ ਹੈ। ਜਦ ਉਹ ਅਲੀਸ਼ਾ ਦੇ ਵੱਲ ਆਉਣ ਲੱਗੇ ਤਾਂ ਅਲੀਸ਼ਾ ਨੇ ਯਹੋਵਾ ਦੇ ਅੱਗੇ ਬੇਨਤੀ ਕੀਤੀ ਤੇ ਆਖਿਆ ਕਿ ਇਸ ਕੌਮ ਨੂੰ ਇੱਕਦਮ ਅੰਨੀ ਕਰ ਦੇ। ਅਤੇ ਉਸਨੇ ਅਲੀਸ਼ਾ ਦੇ ਆਖੇ ਅਨੁਸਾਰ ਉਹਨਾਂ ਨੂੰ ਇੱਕਦਮ ਅੰਨ੍ਹਿਆ ਕਰ ਦਿੱਤਾ। ਹੁਣ ਦੇਖੋ, ਇੱਕ ਰਾਜਦੂਤ ਜਦੋਂ ਬੋਲ ਰਿਹਾ, ਜਦੋਂ ਖੁਦਾ ਦਾ ਅਭਿਸ਼ਿਕਤ ਬੋਲ ਰਿਹਾ ਆ ਵੀ ਇਸੇ ਤਰ੍ਹਾਂ ਹੋ ਜਾਵੇ, ਤੇ ਖੁਦਾ ਨੇ ਉਸੇ ਤਰ੍ਹਾਂ ਕਰ ਦਿੱਤਾ। ਪਹਿਲੋਂ ਪੂਰੀ ਸਵਰਗ ਦੀ ਸੈਨਾ ਉਹਦੇ ਪਿੱਛੇ ਖੜੀ ਸੀ ਤੇ ਉਹਦੇ ਚਾਕਰ ਨੇ ਵੇਖਿਆ ਤੇ ਉਹਨੂੰ ਠੰਡਕ ਪਈ ਵੀ ਹਾਂ, ਮੇਰਾ ਜਿਹੜਾ ਮਾਲਕ ਆ ਅਲੀਸ਼ਾ ਆ, ਇਸ ਕਰਕੇ ਡਰ ਨਹੀਂ ਰਿਹਾ, ਕਿਉਂਕਿ ਸਵਰਗ ਦੀ ਸੈਨਾ ਉਹਦੇ ਪਿੱਛੇ ਖੜੀ ਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੇਰੇ ਭੈਣ ਭਾਈਓ ਜੀ, ਜਦੋਂ ਤੁਸੀਂ ਖੁਦਾ ਦਾ ਕੰਮ ਕਰਦੇ ਹੋ ਤੁਹਾਨੂੰ ਕਿਸੇ ਤੋਂ ਵੀ ਡਰਨ ਦੀ ਲੋੜ ਨਹੀਂ ਆ। ਸਰਬ ਦੀਆਂ ਸਾਰੀਆਂ ਸ਼ਕਤੀਆਂ ਤੁਹਾਡੇ ਪਿੱਛੇ ਖੜੀਆਂ ਹਨ, ਕਿਉਂਕਿ ਤੁਸੀਂ ਕੀ ਕਰਦੇ ਹੋ? ਸਮੇਂ ਦੇ ਸੰਦੇਸ਼ ਦਾ ਪ੍ਰਚਾਰ ਜਦੋਂ ਕਰਦੇ ਹੋ, ਸਚਾਈ ਬੋਲਦੇ ਹੋ, ਤੁਸੀਂ ਖੁਦਾ ਦੇ ਇੱਕ ਰਾਜਦੂਤ ਵਰਗੇ ਹੋ ਤੇ ਖੁਦਾ ਦੀ ਸਾਰੀ ਸ਼ਕਤੀਆਂ ਤੁਹਾਡੇ ਪਿੱਛੇ ਖੜੀਆਂ ਹਨ। ਅਸੀਂ ਵੇਖਿਆ ਆ, ਬਾਈਬਲ 'ਚ ਸਾਫ਼ ਲਿਖਿਆ ਆ, ਜਦੋਂ ਉਸਨੇ ਨਿਗਾਹ ਕਰਕੇ ਵੇਖਿਆ ਤਾਂ ਪਹਾੜ ਅਗਨ ਦੇ ਘੋੜਿਆਂ ਤੇ ਰੱਥਾਂ ਨਾਲ ਭਰਿਆ ਹੋਇਆ ਸੀਗਾ। ਅਗਨ ਤੇ ਰੱਥ ਤੇ ਘੋੜਿਆਂ ਨਾਲ ਭਰਿਆ ਹੋਇਆ ਸੀ। ਦੇਖੋ ਖੁਦਾ ਦੀ ਸ਼ਕਤੀਆਂ ਕਿਸ ਤਰ੍ਹਾਂ ਫਿਰ ਕੰਮ ਕਰਦੀਆਂ ਆ। ਤਦ ਅਲੀਸ਼ਾ ਨੇ ਉਹਨਾਂ ਨੂੰ ਆਖਿਆ, ਇਹ ਉਹ ਰਾਹ ਨਹੀਂ ਹੈ, ਨਾ ਉਹ ਸ਼ਹਿਰ ਹੈ
ਮੇਰੇ ਪਿੱਛੇ ਤੁਰੇ ਆਓ ਭਈ ਮੈਂ ਤੁਹਾਨੂੰ ਉਸ ਆਦਮੀ ਕੋਲ ਲੈ ਚੱਲਾਂ ਜਿਸ ਨੂੰ ਤੁਸੀਂ ਭਾਲਦੇ ਹੋ। ਕਹਿੰਦਾ ਮੈਂ ਲੈ ਚੱਲਦਾ ਉਸ ਆਦਮੀ ਕੋਲ ਜਿਹਨੂੰ ਤੁਸੀਂ ਭਾਲਦੇ ਹੋ। ਫੜਨ ਤੇ ਅਲੀਸ਼ਾ ਨੂੰ ਹੀ ਆਏ ਸੀਗੇ, ਲੇਕਿਨ ਉਹ ਕਹਿੰਦਾ ਮੈਂ ਤੁਹਾਨੂੰ ਲੈ ਚੱਲਦਾ, ਕਿਉਂਕਿ ਅਲੀਸ਼ਾ ਨੇ ਉਹਨਾਂ ਨੂੰ ਅੰਨ੍ਹਿਆ ਕਰ ਦਿੱਤਾ ਸੀ। ਸੋ ਉਹ ਉਹਨਾਂ ਨੂੰ ਸਾਮਰੀਆਂ ਨੂੰ ਲੈ ਗਿਆ। ਅਤੇ ਇਉਂ ਹੋਇਆ ਜਦੋਂ ਸਾਮਰੀਆਂ ਵਿੱਚ ਵੜੇ ਤਾਂ ਅਲੀਸ਼ਾ ਨੇ ਆਖਿਆ, ਹੇ ਯਹੋਵਾ, ਇਹਨਾਂ ਲੋਕਾਂ ਦੀ ਅੱਖਾਂ ਨੂੰ ਖੋਲ ਦੇ ਭਈ ਉਹ ਵੇਖਣ। ਹੁਣ ਖੁਦਾ ਦਾ ਜਨ ਕਹਿੰਦਾ ਇਹਨਾਂ ਦੀ ਅੱਖਾਂ ਨੂੰ ਖੋਲ ਵੀ ਉਹ ਵੇਖਣ। ਜਦੋਂ ਉਹਨਾਂ ਨੇ ਵੇਖਿਆ ਤਾਂ ਉਹਨਾਂ ਨੂੰ ਪਤਾ ਲੱਗਿਆ ਵੀ ਅਸੀਂ ਤਾਂ ਫਸ ਗਏ ਆ ਸਾਰੇ। ਇਸਰਾਇਲ ਦੇ ਪਾਤਸ਼ਾਹ ਨੇ ਉਹਨਾਂ ਨੂੰ ਵੇਖਿਆ ਤਾਂ ਅਲੀਸ਼ਾ ਨੂੰ ਆਖਿਆ, ਹੇ ਮੇਰੇ ਪਿਤਾ, ਕੀ ਮੈਂ ਉਹਨਾਂ ਨੂੰ ਮਾਰਾਂ? ਤੇ ਇਸਰਾਇਲ ਦਾ ਪਾਤਸ਼ਾਹ ਕਹਿੰਦਾ, ਕੀ ਮੈਂ ਇਹਨਾਂ ਨੂੰ ਮਾਰ ਦਵਾਂ? ਹੁਣ ਇਹਨਾਂ ਨੂੰ ਕਾਬੂ ਤਾਂ ਕਰ ਲਿਆ, ਕੀ ਇਹਨਾਂ ਨੂੰ ਮਾਰ ਦਵਾਂ? ਅੱਗੇ ਉਹ ਬੋਲਿਆ, ਉਹਨਾਂ ਨੂੰ ਨਾ ਮਾਰੀ। ਕਹਿੰਦਾ ਉਹਨਾਂ ਨੂੰ ਨਾ ਮਾਰੀ, ਜਿਨ੍ਹਾਂ ਨੂੰ ਤੂੰ ਆਪਣੀ ਤਲਵਾਰ ਤੇ ਧਨੁੱਖ ਦੇ ਨਾਲ ਬੰਦੂਏ ਬਣਾਇਆ, ਕੀ ਤੂੰ ਉਹਨਾਂ ਨੂੰ ਮਾਰ ਸੁੱਟੇਂਗਾ? ਉਹਨਾਂ ਨੇ ਅੱਗੇ ਰੋਟੀ ਤੇ ਪਾਣੀ ਰੱਖ ਪਈ ਉਹ ਖਾਣ ਪੀਣ ਤੇ ਆਪਣੇ ਸਵਾਮੀ ਕੋਲ ਜਾਣ। ਉਹ ਕਹਿੰਦਾ ਇਹਨਾਂ ਦੇ ਅੱਗੇ ਰੋਟੀ ਪਾਣੀ ਰੱਖ, ਇਹ ਜਾਣ ਤੇ ਆਪਣੇ ਸਵਾਮੀ ਨੂੰ ਦੱਸਣ ਵੀ ਖੁਦਾ ਆਪਣੇ ਲੋਕਾਂ ਦੇ ਜ਼ਰੀਏ ਕਿੱਡੇ ਵੱਡੇ ਵੱਡੇ ਕੰਮ ਕਰਦਾ। ਜੇ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਉਸ ਥਾਂ ਦੇ ਵਿੱਚ ਤੇ ਕਿੱਦਾਂ ਦੱਸਦੇ ਫਿਰ ਉਹ ਜਾ ਕੇ। ਤੇ ਬਾਈਬਲ 'ਚ ਲਿਖਿਆ ਆ, ਕੀ ਤੂੰ ਉਹਨਾਂ ਨੂੰ ਮਾਰ ਸੁੱਟੇਂਗਾ? ਉਹਨਾਂ ਦੇ ਅੱਗੇ ਰੋਟੀ ਅਤੇ ਪਾਣੀ ਰੱਖ ਪਈਓ, ਖਾਣ ਪੀਣ ਤੇ ਆਪਣੇ ਸਵਾਮੀ ਕੋਲ ਜਾਣ। ਉਪਰੰਤ ਉਸਨੇ ਉਹਨਾਂ ਲਈ ਵੱਡਾ ਭੋਜਨ ਤਿਆਰ ਕੀਤਾ। ਹੁਣ ਦੁਸ਼ਮਣ ਸੈਨਾ ਜਿਹੜੀ ਨਬੀ ਨੂੰ ਮਾਰਨ ਆਈ ਸੀ, ਅਲੀਸ਼ਾ ਨੂੰ ਫੜਨ ਆਈ ਸੀਗੀ, ਉਸੇ ਦੁਸ਼ਮਣ ਸੈਨਾ ਨੂੰ ਅਲੀਸ਼ਾ ਦੇ ਕਹੇ ਅਨੁਸਾਰ ਭੋਜਨ ਦਿੱਤਾ ਗਿਆ, ਪਾਣੀ ਦਿੱਤਾ ਗਿਆ। ਉਹ ਜਦੋਂ ਖਾ ਪੀ ਚੁੱਕੇ ਤਾਂ ਉਸਨੇ ਉਹਨਾਂ ਨੂੰ ਜਾਣ ਦਿੱਤਾ ਅਤੇ ਉਹ ਆਪਣੇ ਸਵਾਮੀ ਕੋਲ ਚਲੇ ਗਏ ਅਤੇ ਆਰਾਮ ਦੇ ਜੱਥੇ ਫਿਰ ਕਦੇ ਇਸਰਾਇਲ ਦੇਸ਼ ਦੇ ਵਿੱਚ ਨਹੀਂ ਆਏ। ਦੇਖੋ ਕਿੱਡੀ ਵੱਡੀ ਖੁਦਾ ਦੀ ਪਾਵਰ ਆਪਣੇ ਲੋਕਾਂ ਦੇ ਵਿੱਚ ਕੰਮ ਕਰਦੀ ਹੈ। ਕਹਿੰਦੇ ਉਹ ਦੁਬਾਰਾ ਉਹ ਜੱਥੇ ਉਸ ਜਗ੍ਹਾ ਦੇ ਵਿੱਚ ਨਹੀਂ ਆਏ। ਫਿਰ ਕਿੱਦਾਂ ਖੁਦਾ ਨੇ ਉਹਨਾਂ ਦੀ ਰੱਖਿਆ ਕਰਨ ਦੇ ਲਈ, ਅਲੀਸ਼ਾ ਦੀ ਰੱਖਿਆ ਕਰਨ ਦੇ ਲਈ ਅਗਨੀ ਰੱਥ ਘੱਲ ਦਿੱਤੇ, ਜਿਸ ਤਰ੍ਹਾਂ ਸਾਡੇ ਯੁੱਗ ਦਾ ਨਬੀ ਕਹਿੰਦਾ ਆ। ਕਿਉਂਕਿ ਜੇ ਕੋਈ ਮਨੁੱਖ ਖੁਦਾ ਦਾ ਕੰਮ ਕਰਦਾ ਆ ਤੇ ਖੁਦਾ ਦੀਆਂ ਸਾਰੀਆਂ ਸ਼ਕਤੀਆਂ ਉਸ ਮਨੁੱਖ ਦੇ ਪਿੱਛੇ ਖੜੀਆਂ ਹੁੰਦੀਆਂ। ਇਸ ਕਰਕੇ ਖੁਦਾ ਦੇ ਲੋਕ ਕਦੇ ਵੀ ਡਰਦੇ ਨਹੀਂ ਆ, ਉਹ ਖੁੱਲਮ ਖੁੱਲਾ ਪ੍ਰਚਾਰ ਕਰਦੇ ਆ ਤੇ ਜੋ ਸੱਚ ਹੈ ਖੁਦਾ ਦੇ ਲੋਕ ਉਹੀ ਬੋਲਦੇ ਆ। ਉਹ ਕਦੇ ਵਚਨ 'ਚ ਰੜਾ ਨਹੀਂ ਬੁਲਾਉਂਦੇ, ਕਿਉਂਕਿ ਖੁਦਾ ਦੇ ਲੋਕ ਆਪਣੇ ਵੱਲੋਂ ਨਹੀਂ ਬੋਲਦੇ। ਖੁਦਾ ਦੇ ਲੋਕ ਜੋ ਪਵਿੱਤਰ ਆਤਮਾ ਉਹਨਾਂ ਨੂੰ ਬੁਲਾਉਂਦਾ, ਖੁਦਾ ਦੇ ਲੋਕ ਉਹੀ ਬੋਲਦੇ ਆ। ਇਸ ਕਰਕੇ ਸਾਡਾ ਯੁੱਗ ਦਾ ਨਬੀ ਕਹਿੰਦਾ ਵੀ ਰਾਜਦੂਤ ਜਦੋਂ ਕਿਤੇ ਵੀ ਜਾਂਦਾ ਕਿਸੇ ਦੇਸ਼ ਦਾ ਤੇ ਉਹਦੇ ਪਿੱਛੇ ਬੜੀ ਤਗੜੀ ਪਾਵਰ ਹੁੰਦੀ ਆ। ਤੇ ਉਸੇ ਤਰ੍ਹਾਂ ਜੇ ਖੁਦਾ ਦਾ ਬੰਦਾ, ਉਹ ਵੀ ਖੁਦਾ ਦਾ ਰਾਜਦੂਤ ਆ, ਕਿਸੇ ਸਥਾਨ ਵਿੱਚ ਜਾ ਕੇ ਪ੍ਰਚਾਰ ਕਰ ਰਿਹਾ ਤੇ ਸਵਰਗ ਦੇ ਸਾਰੇ ਦੂਤ ਉਹਦੇ ਪਿੱਛੇ ਖੜੇ ਹੁੰਦੇ ਆ, ਸਾਰੀ ਸ਼ਕਤੀਆਂ ਉਹਦੇ ਪਿੱਛੇ ਖੜੀਆਂ ਹੁੰਦੀਆਂ। ਆਓ ਅਸੀਂ ਕੱਢਾਂਗੇ ਯਸ਼ਾਇਆ 37 ਦੀ 36। ਯਸ਼ਾਇਆ 37 ਦੀ 36 ਵਿੱਚੋਂ ਪੜਾਂਗੇ। ਹੁਣ ਦੇਖੋ ਖੁਦਾ ਕਿਸ ਤਰ੍ਹਾਂ ਕੰਮ ਕਰਦਾ ਆਪਣੇ ਲੋਕਾਂ ਦੇ ਨਾਲ। ਖੁਦਾ ਦੀ ਸ਼ਕਤੀ, ਖੁਦਾ ਦੀ ਪਾਵਰ, ਜਿਹੜਾ ਖੁਦਾ ਦਾ ਪਿਲਰ ਉਹ ਫਾਇਰ ਆ, ਉਹ ਕੰਮ ਕਿੱਦਾਂ ਕਰਦਾ ਹੈ, ਆਪਣੇ ਲੋਕਾਂ ਦੀ ਰੱਖਿਆ ਕਿੱਦਾਂ ਕਰਦਾ। ਅਸੀਂ ਯਸ਼ਾਇਆ ਵਿੱਚ ਪੜ ਰਹੇ ਹਾਂ 37 ਦੀ 36 ਦੇ ਵਿੱਚ, ਯਹੋਵਾ ਦੇ ਦੂਤ ਨੇ ਨਿਕਲ ਕੇ ਅਸ਼ੂਰੀਆ ਦੇ ਡੇਰੇ ਵਿੱਚ 1,85,000 ਮਾਰ ਛੱਡੇ ਅਤੇ ਜਦ ਲੋਕ ਤੜਕਸਾਰ ਉੱਠੇ ਤਾਂ ਵੇਖੋ ਉਹ ਸਭ ਲੋਥਾਂ ਹੀ ਲੋਥਾਂ ਸਨ। ਹੁਣ ਯਹੋਵਾ ਦੇ ਦੂਤ ਨੇ ਕੀ ਕੀਤਾ? ਆਪਣੇ ਲੋਕਾਂ ਨੂੰ ਬਚਾਉਣ ਦੇ ਲਈ ਉਹਨੇ ਕਿੰਨਾ ਵੱਡਾ ਕੰਮ ਕੀਤਾ। ਕੋਈ ਯੁੱਧ ਨਹੀਂ ਹੋਇਆ, ਕੋਈ ਲੜਾਈ ਨਹੀਂ ਹੋਈ, ਕੋਈ ਤਲਵਾਰ ਨਹੀਂ ਚੱਲੀ, ਕੁਛ ਨਹੀਂ ਹੋਇਆ। ਲੇਕਿਨ ਹੋਇਆ ਕੀ? ਖੁਦਾ ਦੇ ਦੂਤ ਨੇ ਨਿਕਲ ਕੇ ਅਸ਼ੂਰੀਆਂ ਦੇ ਡੇਰੇ ਵਿੱਚ, ਜਿੱਥੇ ਉਹਨਾਂ ਦੇ ਡੇਰੇ ਬੰਨੇ ਸੀਗੇ, ਅਸ਼ੂਰੀਆਂ ਦੇ ਡੇਰੇ ਵਿੱਚ 1,85,000 ਮਨੁੱਖ ਮਾਰ ਛੱਡੇ। ਸਵੇਰੇ ਤੜਕੇ ਉਹ ਰਾਤ ਨੂੰ ਸੁੱਤੇ ਸੀ, ਸਵੇਰ ਨੂੰ ਉੱਠੇ ਨਹੀਂ। ਜਦੋਂ ਚੈੱਕ ਕੀਤਾ ਉੱਥੇ ਉਹਨਾਂ ਦੇ ਕੋਈ ਵੀ ਸੱਟ ਦਾ ਨਿਸ਼ਾਨ ਨਹੀਂ ਸੀਗਾ, ਕਿਸੇ ਵੀ ਚੋਟ ਦਾ ਨਿਸ਼ਾਨ ਨਹੀਂ ਸੀਗਾ। ਖੁਦਾ ਦਾ ਦੂਤ ਆਇਆ ਤੇ 1,85,000 ਮਾਰ ਦਿੱਤੇ। ਜਦੋਂ ਕੋਈ ਖੁਦਾ ਦੇ ਲੋਕਾਂ ਨੂੰ ਛੇੜਦਾ ਤੇ ਖੁਦਾ ਫਿਰ ਦੇਖੋ ਕਿੱਦਾਂ ਕੰਮ ਕਰਦਾ, ਕਿੱਦਾਂ ਉਹਦੀ ਸ਼ਕਤੀਆਂ ਕੰਮ ਕਰਦੀਆਂ ਨੇ। ਉੱਥੇ ਸਭ ਲੋਥਾਂ ਹੀ ਲੋਥਾਂ ਸਨ। ਸੋ ਅਸ਼ੂਰ ਦਾ ਪਾਤਸ਼ਾਹ ਸਨਹੇਰੀਬ ਕੂਚ ਕਰਕੇ ਚਲਿਆ ਗਿਆ ਅਤੇ ਮੁੜ ਕੇ ਨੀਨਵਾ ਵਿੱਚ ਜਾ ਰਿਹਾ। ਫਿਰ ਐਉਂ ਹੋਇਆ ਕਿ ਜਦੋਂ ਆਪਣੇ ਦਿਉਤੇ ਨਿਸ਼ਰੋਕ ਦੇ ਮੰਦਰ ਵਿੱਚ ਪੂਜਾ ਕਰ ਰਿਹਾ ਸੀ ਤਾਂ ਉਸਦੇ ਪੁੱਤਰਾਂ
ਅੰਦਰ ਮਲਕ ਅਤੇ ਸ਼ਰਸ਼ਰ ਨੇ ਉਸ ਨੂੰ ਤਲਵਾਰ ਨਾਲ ਵੱਢ ਸੁੱਟਿਆ ਅਤੇ ਉਹ ਅਰਾਰਾਤ ਦੇ ਦੇਸ਼ ਨੂੰ ਭੱਜ ਗਏ। ਹੁਣ ਦੇਖੋ ਉਸ ਦੇ ਪੁੱਤਰਾਂ ਨੇ ਹੀ ਉਸ ਨੂੰ ਮਾਰ ਦਿੱਤਾ। ਜਿਸ ਰਾਜੇ ਨੇ ਇਸਰਾਈਲੀਆਂ ਦੇ ਨਾਲ ਟੱਕਰ ਲੈਣ ਦੀ ਕੋਸ਼ਿਸ਼ ਕੀਤੀ, ਉਹਨੂੰ ਖੁਦਾ ਨੇ ਕਿੱਦਾਂ ਮਾਰਿਆ? ਪਹਿਲਾਂ ਉਹਦੇ ਸਿਪਾਹੀਆਂ ਨੂੰ ਮਾਰਿਆ, ਫਿਰ ਉਹਨੂੰ ਕਿਸ ਤਰ੍ਹਾਂ ਮਾਰ ਦਿੱਤਾ? ਕਹਿਣ ਦਾ ਮਤਲਬ ਕਿੱਦਾਂ ਯਹੋਵਾ ਦੇ ਦੂਤ ਨੇ ਸ਼ੂਰੀਆਂ ਦੇ 1,85,000 ਲੋਕਾਂ ਨੂੰ ਮਾਰ ਸੁੱਟਿਆ। ਕੋਈ ਸੜ ਦਾ ਨਿਸ਼ਾਨ ਨਹੀਂ ਸੀਗਾ, ਕੋਈ ਚੋਟ ਦਾ ਨਿਸ਼ਾਨ ਨਹੀਂ ਸੀਗਾ, ਕਿਸੇ ਤਰ੍ਹਾਂ ਦੀ ਹਾਤਾਪਾਈ ਨਹੀਂ ਸੀ ਹੋਈ। ਲੇਕਿਨ ਜਦੋਂ ਉਹਨਾਂ ਦਾ ਦੂਤ ਆਇਆ, ਉਹਨੇ ਸਭ ਦੇ ਸਭ ਮਾਰ ਦਿੱਤੇ। ਤੁਹਾਨੂੰ ਪਤਾ, ਜਦੋਂ ਖੁਦਾ ਦਾ ਦੂਤ ਮਿਸਰ ਦੇ ਵਿੱਚ ਗਿਆ ਸੀਗਾ ਤੇ ਖੁਦਾ ਦੇ ਦੂਤ ਨੇ ਕੀ ਕੀਤਾ ਸੀਗਾ? ਬਾਈਬਲ 'ਚ ਲਿਖਿਆ, ਖੁਦਾ ਦੇ ਦੂਤ ਨੇ ਜਦੋਂ ਮੂਸਾ ਦੇ ਦੁਆਰਾ ਕੰਮ ਕੀਤਾ ਤੇ ਉੱਥੇ ਸਭ ਲੋਕ ਮਾਰ ਦਿੱਤੇ ਸੀ ਜਦੋਂ ਖੁਦਾ ਦਾ ਦੂਤ ਨਿਕਲਿਆ ਸੀਗਾ। ਲੇਕਿਨ ਜਿਹੜੇ ਲਹੂ ਦੇ ਹੇਠ ਸੀਗੇ ਉਹ ਸਭ ਬਚਾ ਲਏ ਗਏ ਸੀ। ਅੱਜ ਵੀ ਖੁਦਾ ਇਸੇ ਤਰ੍ਹਾਂ ਕਰੇਗਾ। ਅੱਜ ਖੁਦਾ ਨੇ ਪੂਰੀ ਦੁਨੀਆ ਨੂੰ ਇਸੇ ਤਰ੍ਹਾਂ ਖਤਮ ਕਰਨਾ, ਲੇਕਿਨ ਜਿਹੜੇ ਉਹਦੇ ਲਹੂ ਦੇ ਹੇਠ ਹਨ, ਉਹਦੀ ਦੁਲਹਨ ਹੈ, ਖੁਦਾਬੰਦ ਉਹਨਾਂ ਨੂੰ ਰੈਪਚਰ ਦੇ ਵਿੱਚ ਲੈ ਜਾਵੇਗਾ। ਬਾਕੀ ਸਭ ਮਾਰ ਦਿੱਤੇ ਜਾਣਗੇ। ਇਹ ਧਰਤੀ ਸਰਵਨਾਸ਼ ਕਰ ਦਿੱਤੀ ਜਾਵੇਗੀ, ਕਿਉਂਕਿ ਇਸ ਧਰਤੀ ਉੱਪਰ ਗੰਦਗੀ ਵੱਧ ਗਈ ਹੈ, ਹਰਾਮਕਾਰੀ ਵੱਧ ਗਈ ਹੈ, ਬੁਰੇ ਕੰਮ ਵੱਧ ਗਏ ਹਨ। ਸਭ ਕੁਝ ਧਰਤੀ ਤੇ ਗਲਤ ਹੋ ਰਿਹਾ ਹੈ। ਧਰਤੀ ਦੂਸ਼ਿਤ ਹੋ ਗਈ ਹੈ। ਭਾਈ ਬ੍ਰੈਨਮ ਨੇ ਕਿਹਾ, ਇਹ ਧਰਤੀ ਦੂਸ਼ਿਤ ਹੋ ਚੁੱਕੀ ਹੈ। ਇਹ ਧਰਤੀ ਕੀਟਾਣੂਆਂ ਦੇ ਨਾਲ ਭਰੀ ਹੋਈ ਹੈ, ਦੂਸ਼ਿਤ ਹੋ ਚੁੱਕੀ ਹੈ, ਬਿਮਾਰੀ ਦੇ ਨਾਲ ਭਰੀ ਹੋਈ ਹੈ ਧਰਤੀ। ਤੁਸੀਂ ਦੇਖੋ, ਹਰ ਪਾਸੇ ਹਾਹਾਕਾਰ ਮਚੀ ਹੋਈ ਹੈ। ਖੁਦਾਵੰਦ ਆਪਣੇ ਲੋਕਾਂ ਦੇ ਲਈ ਆਪਣੇ ਦੂਤਾਂ ਨੂੰ ਭੇਜ ਦਿੰਦਾ। ਕਿਸ ਤਰ੍ਹਾਂ 1,85,000 ਮਾਰ ਛੱਡੇ ਉਹਨੇ, ਕਿਉਂਕਿ ਉਹਨਾਂ ਨੇ ਇਸਰਾਈਲੀਆਂ ਨੂੰ ਛੇੜਿਆ ਸੀਗਾ। ਇਸ ਤਰ੍ਹਾਂ ਖੁਦਾਵੰਦ ਕੰਮ ਕਰਦਾ ਆ। ਮੇਰੇ ਕਹਿਣ ਦਾ ਮਤਲਬ ਜਿਹੜਾ ਅੱਜ ਦਾ ਪ੍ਰਚਾਰ ਆ, ਉਹ ਪ੍ਰਚਾਰ ਇਹ ਆ ਵੀ ਕਿਸ ਤਰ੍ਹਾਂ ਖੁਦਾਵੰਦ ਆਪਣੇ ਲੋਕਾਂ ਦੇ ਨਾਲ ਕੰਮ ਕਰ ਰਿਹਾ, ਉਹਦੀ ਪਾਵਰ ਕਿਸ ਤਰ੍ਹਾਂ ਕੰਮ ਕਰ ਰਹੀ ਆ, ਜਿਹਦਾ ਹਵਾਲਾ ਸਾਡੇ ਯੁੱਗ ਦੇ ਨਬੀ ਨੇ ਦਿੱਤਾ ਸਾਨੂੰ, ਵੀ ਇੱਕ ਦੂਤ ਦੇ ਮਗਰ ਪੂਰਾ ਦੇਸ਼ ਹੁੰਦਾ ਉਹਦਾ। ਇਸੇ ਤਰ੍ਹਾਂ ਜਦੋਂ ਖੁਦਾ ਦਾ ਇੱਕ ਦੂਤ ਕੰਮ ਕਰਦਾ ਆ, ਪ੍ਰਚਾਰ ਕਰਦਾ ਆ, ਲੋਕਾਂ ਦੇ ਵਿੱਚ ਜਾ ਕੇ ਸੱਚਾਈ ਦੱਸਦਾ, ਤੇ ਪੂਰਾ ਸਵਰਗ ਉਹਦੇ ਪਿੱਛੇ ਖੜਾ ਹੁੰਦਾ ਆ। ਪ੍ਰਭੂ ਦੇ ਨਾਮ ਦੀ ਮਹਿਮਾ ਹੋਵੇ। ਆਓ ਅਸੀਂ ਕੱਢਾਂਗੇ ਰਸੂਲਾਂ ਦੇ ਕਰਤੱਵ 16 ਦੀ 16। ਰਸੂਲਾਂ ਦੇ ਕਰਤੱਵ 16 ਦੀ 16। ਹੁਣ ਅਸੀਂ ਰਸੂਲਾਂ ਦੇ ਕਰਤੱਵ 16 ਦੀ 16 ਦੇ ਵਿੱਚ ਵੀ ਖੁਦਾ ਦੀ ਪਾਵਰ ਨੂੰ ਵੇਖ ਸਕਦੇ ਹਾਂ। ਪੂਰੀ ਬਾਈਬਲ ਇਹਨਾਂ ਗੱਲਾਂ ਨਾਲ ਭਰੀਆਂ ਹੋਈਆਂ ਵੀ ਕਿੱਦਾਂ ਖੁਦਾ ਆਪਣੇ ਲੋਕਾਂ ਦੇ ਵਿੱਚ ਕੰਮ ਕਰਦਾ ਹੈ। ਠੀਕ ਹੈ ਨਾ, ਕਿੱਦਾਂ ਉਹਦਾ ਦੂਤ ਆ ਕੇ ਆਪਣੇ ਲੋਕਾਂ ਨੂੰ ਬਚਾਉਂਦਾ ਆ। ਅਸੀਂ ਕੱਢਾਂਗੇ ਰਸੂਲਾਂ ਦੇ ਕਰਤੱਵ 16 ਦੀ 16। 16 ਦੀ 16 ਵਿੱਚ ਲਿਖਿਆ ਆ, ਐਉਂ ਹੋਇਆ ਕਿ ਜਦ ਅਸੀਂ ਬੰਦਗੀ ਕਰਨ ਦੇ ਸਥਾਨ ਨੂੰ ਜਾਂਦੇ ਸਾਂ ਤਾਂ ਇੱਕ ਗੋਲੀ ਸਾਨੂੰ ਮਿਲੀ, ਜਿਸ ਦੇ ਵਿੱਚ ਭੇਤ ਬੁੱਝਣ ਦੀ ਰੂਹ ਸੀ, ਅਤੇ ਟੇਵੇ ਲਾ ਕੇ ਉਹ ਆਪਣੇ ਮਾਲਕ ਲਈ ਬਹੁਤ ਕੁਝ ਕਮਾ ਲਿਆਉਂਦੀ ਸੀ। ਹੁਣ ਭੇਤ ਬੁੱਝਣ ਦੀ ਰੂਹ, ਇੱਕ ਔਰਤ ਸੀ ਜਿਹਦੇ ਅੰਦਰ ਭੇਤ ਬੁੱਝਣ ਦੀ ਰੂਹ ਸੀ, ਅਤੇ ਟੇਵੇ ਲਾ ਕੇ ਉਹ ਸਭ ਕੁਝ ਆਪਣੇ ਮਾਲਕ ਲਈ ਕਮਾ ਲਿਆਉਂਦੀ ਸੀ। ਸੋ ਪੌਲੁਸ ਅਤੇ ਸਾਡੇ ਮਗਰ ਆਣ ਕੇ ਹਾਕਾ ਮਾਰਦੀ ਹੈ ਤੇ ਕਹਿੰਦੀ ਸੀ, ਜੋ ਇਹ ਲੋਕ ਅਤ ਮਹਾਨ ਖੁਦਾ ਦੇ ਦਾਸ ਹਨ, ਜਿਹੜੇ ਤੁਹਾਡੀ ਮੁਕਤੀ ਦਾ ਰਾਹ ਦੱਸਦੇ ਹਨ। ਹੁਣ ਦੁਸ਼ਟ ਆਤਮੇ ਨੂੰ ਪਤਾ ਹੁੰਦਾ ਆ, ਦੁਸ਼ਟ ਆਤਮੇ ਆਤਮਿਕ ਬੰਦਿਆਂ ਨੂੰ ਪਛਾਣ ਲੈਂਦੇ ਆ। ਹੁਣ ਇੱਥੇ ਇਸ ਔਰਤ ਦੇ ਅੰਦਰ ਦੁਸ਼ਟ ਆਤਮਾ ਸੀ, ਦੁਸ਼ਟ ਆਤਮਾ ਜਾਣ ਗਿਆ ਸੀ ਪੌਲੁਸ ਦੇ ਅੰਦਰ ਕੌਣ ਆ। ਠੀਕ ਆ। ਸੋ ਪੌਲੁਸ ਅਤੇ ਸਾਡੇ ਮਗਰ ਆਣ ਕੇ ਹਾਕਾ ਮਾਰਦੀ ਤੇ ਕਹਿੰਦੀ ਸੀ, ਜੋ ਇਹ ਲੋਕ ਅਤ ਮਹਾਨ ਖੁਦਾ ਦੇ ਦਾਸ ਹਨ, ਜਿਹੜੇ ਤੁਹਾਨੂੰ ਮੁਕਤੀ ਦਾ ਰਾਹ ਦੱਸਦੇ ਹਨ। ਉਹ ਬਹੁਤ ਦਿਨਾਂ ਤੀਕਰ ਇਦਾਂ ਹੀ ਕਰਦੀ ਰਹੀ, ਬੜੇ ਦਿਨਾਂ ਤੋਂ ਇਦਾਂ ਹੀ ਕਰਦੀ ਸੀ। ਪੌਲੁਸ ਉਹਨਾਂ ਦੇ ਮਗਰ ਚੱਲ ਜਾਣਾ, ਉਹਨੇ ਰੋਣਾ ਪਾ ਕੇ ਕਹਿਣਾ ਵੀ ਇਹ ਅਤ ਮਹਾਨ ਦੇ ਦਾਸ ਹਨ। ਉਹ ਬਹੁਤ ਦਿਨਾਂ ਤੱਕ ਇਹੀ ਕਰਦੀ ਰਹੀ, ਪਰ ਪੌਲੁਸ ਅੱਕ ਗਿਆ। ਫਿਰ ਕੀ ਹੋਇਆ? ਪੌਲੁਸ ਅੱਕ ਗਿਆ ਅਤੇ ਮੁੜ ਕੇ ਉਸ ਰੂਹ ਨੂੰ ਕਿਹਾ, ਮੈਂ ਤੈਨੂੰ ਯੀਸ਼ੂ ਦੇ ਨਾਮ ਉੱਤੇ ਹੁਕਮ ਕਰਦਾ ਹਾਂ, ਜੋ ਇਸ ਦੇ ਵਿੱਚੋਂ ਨਿਕਲ ਜਾ। ਅਤੇ ਉਸੇ ਘੜੀ ਉਹ ਰੂਹ ਨਿਕਲ ਗਈ। ਹੁਣ ਉਹ ਆਪਣੇ ਮਾਲਕ ਨੂੰ, ਉਹ ਦੁਸ਼ਟ ਆਤਮਾ ਉਹਦੇ ਵਿੱਚ ਸੀ, ਔਰਤ ਦੇ ਵਿੱਚ, ਉਹ ਪੈਸਾ ਕਮਾ ਕੇ ਦਿੰਦੀ ਸੀ ਲੋਕਾਂ ਨੂੰ, ਭੇਤ ਦੱਸ ਦੇਣੇ, ਹਨਾ, ਗੁੱਜੇ ਭੇਤ ਉਹਨਾਂ ਦੇ ਦੱਸ ਦੇਣੇ। ਤੇ ਜਦੋਂ ਪੌਲੁਸ ਨੇ ਡਾਂਟਿਆ, ਉਹ ਦੁਸ਼ਟ ਆਤਮਾ ਉਸ ਔਰਤ ਵਿੱਚੋਂ ਨਿਕਲ ਗਿਆ। ਪਰ ਜਾਂ ਉਸਦੇ ਮਾਲਕਾਂ ਨੇ ਵੇਖਿਆ, ਜੋ ਸਾਡੀ ਕਮਾਈ ਦੀ ਆਸ ਜਾਂਦੀ ਰਹੀ। ਹੁਣ ਉਹਦੇ ਮਾਲਕਾਂ ਨੇ ਦੇਖਿਆ ਵੀ ਸਾਡੀ ਕਮਾਈ ਇਸ ਔਰਤ ਦੇ ਦੁਆਰਾ ਸੀ, ਇਹਨਾਂ ਦੇ ਆ ਕੇ ਪੌਲੁਸ ਨੇ ਤਾਂ ਸਾਡਾ ਕੰਮ ਹੀ ਖਰਾਬ ਕਰ ਦਿੱਤਾ। ਜਾਂਦੀ ਰਹੀ ਤਾਂ ਪੌਲੁਸ ਅਤੇ ਸਿਲਾਸ ਨੂੰ ਫੜ ਕੇ ਬਾਜ਼ਾਰ ਵਿੱਚ ਹਾਕਮਾਂ ਦੇ ਕੋਲ ਖਿੱਚ ਲੈ ਗਏ। ਹੁਣ ਕੀ ਹੋਇਆ?
ਪੌਲੁਸ ਤੇ ਸਿਲਾਸ ਨੂੰ ਕੀ ਕੀਤਾ, ਉਹਨਾਂ ਨੇ ਹਾਕਮਾਂ ਦੇ ਕੋਲ ਖਿੱਚ ਕੇ ਲੈ ਗਏ ਅਤੇ ਉਹਨਾਂ ਨੇ ਸਰਦਾਰਾਂ ਦੇ ਅੱਗੇ ਲਿਜਾ ਕੇ ਕਿਹਾ ਭਈ ਇਹ ਮਨੁੱਖ ਜਿਹੜੇ ਯਹੂਦੀ ਹਨ ਸਾਡੇ ਸ਼ਹਿਰ ਨੂੰ ਬਹੁਤ ਜਿੱਚ ਕਰਦੇ ਹਨ ਅਤੇ ਸਾਨੂੰ ਅਜਿਹੀਆਂ ਗੱਲਾਂ ਦੱਸਦੇ ਹਨ ਕਿ ਜਿਸ ਦਾ ਮੰਨਣਾ ਅਤੇ ਪੂਰਾ ਕਰਨਾ ਸਾਨੂੰ ਜੋ ਰੋਮੀ ਹਾਂ ਯੋਗ ਨਹੀਂ ਹੈ। ਉਹ ਕਹਿੰਦੇ ਵੀ ਸਾਨੂੰ ਇਹੋ ਜਿਹੀ ਗੱਲਾਂ ਕਰਦੇ ਆ ਵੀ ਸਾਨੂੰ ਯੋਗ ਹੀ ਨਹੀਂ ਹੈ ਗੱਲਾਂ ਕਰਨੀਆਂ, ਸਾਨੂੰ ਇਹੋ ਜਿਹੀ ਗੱਲਾਂ ਸਿਖਾਉਂਦੇ ਆ। ਤਦ ਲੋਕ ਮਿਲ ਕੇ ਉਹਨਾਂ ਦੇ ਵਿਰੁੱਧ ਉੱਠ ਖੜੇ ਅਤੇ ਸਰਦਾਰਾਂ ਨੇ ਉਹਨਾਂ ਦੇ ਦੁਆਲੇ ਦੇ ਲੀੜੇ ਪਾੜ ਕੇ ਬੈਂਤ ਮਾਰਨ ਦਾ ਹੁਕਮ ਦਿੱਤਾ। ਉਹਨਾਂ ਨੂੰ ਮਾਰ ਕੇ ਕੈਦ ਕਰ ਦਿੱਤਾ ਤੇ ਕੈਦਖਾਨੇ ਦੇ ਦਰੋਗੇ ਨੂੰ ਹੁਕਮ ਦਿੱਤਾ ਭਈ ਚੌਕਸੀ ਨਾਲ ਉਹਨਾਂ ਦੀ ਖਬਰਦਾਰੀ ਕਰ। ਹੁਣ ਉਹਨਾਂ ਨੂੰ ਮਾਰਿਆ, ਕੁੱਟਿਆ, ਬੰਨਿਆ ਤੇ ਕੈਦਖਾਨੇ ਵਿੱਚ ਪਾ ਦਿੱਤਾ। ਕਿਹਨਾਂ ਨੂੰ? ਖੁਦਾ ਦੇ ਦੂਤ ਨੂੰ। ਇਹ ਖੁਦਾ ਦੇ ਦੂਤ ਸੀਗੇ ਤੇ ਨਬੀ ਕਹਿੰਦਾ ਖੁਦਾ ਦੇ ਦੂਤ ਦੇ ਪਿੱਛੇ ਸਵਰਗ ਦੀ ਪੂਰੀ ਸ਼ਕਤੀਆਂ ਖੜੀਆਂ ਹੁੰਦੀਆਂ। ਉਸਨੇ ਅਜਿਹਾ ਹੁਕਮ ਪਾ ਕੇ ਉਹਨਾਂ ਨੂੰ ਅੰਦਰਲੇ ਕੈਦਖਾਨੇ ਵਿੱਚ ਸੁੱਟਿਆ ਅਤੇ ਉਹਨਾਂ ਦੇ ਪੈਰੀ ਕਾਠ ਠੋਕ ਦਿੱਤਾ। ਪਰ ਅੱਧੀ ਕੁ ਰਾਤ ਨੂੰ ਪੌਲੁਸ ਅਤੇ ਸਿਲਾਸ ਪ੍ਰਾਰਥਨਾ ਕਰਦੇ ਅਤੇ ਖੁਦਾ ਦਾ ਭਜਨ ਗਾਉਂਦੇ ਸਨ ਅਤੇ ਕੈਦੀ ਉਹਨਾਂ ਦੀ ਸੁਣਦੇ ਸੀ। ਹੁਣ ਅੱਧੀ ਰਾਤ ਨੂੰ ਉਹ ਮਹਿਮਾ ਕਰ ਰਹੇ ਸੀ, ਭਜਨ ਗਾ ਰਹੇ ਸੀਗੇ ਤਾਂ ਅਚਾਨਕ ਇੱਕ ਵੱਡਾ ਭੂਚਾਲ ਆਇਆ ਜੋ ਕੈਦਖਾਨੇ ਦੀਆਂ ਨੀਹਾਂ ਹਿੱਲ ਗਈਆਂ। ਹੁਣ ਦੇਖੋ ਕਿੱਦਾਂ ਖੁਦਾ ਦੀ ਪਾਵਰ ਤੇ ਸ਼ਕਤੀ ਕੰਮ ਕਰਦੀ ਹੈ। ਖੁਦਾ ਦੇ ਦੂਤ ਜੇਲ੍ਹ ਦੇ ਵਿੱਚ ਗਏ ਤੇ ਖੁਦਾ ਨੇ ਸਵਰਗੀ ਸ਼ਕਤੀਆਂ ਨੂੰ ਭੇਜ ਦਿੱਤਾ। ਖੁਦਾ ਨੇ ਪਿਲਰ ਆਫ ਫਾਇਰ ਨੂੰ ਭੇਜ ਦਿੱਤਾ। ਉਸ ਦੀਆਂ ਬੇੜੀਆਂ ਖੁੱਲ ਗਈਆਂ। ਕੈਦਖਾਨੇ ਦਾ ਦਰੋਗਾ ਜਾਗ ਉੱਠਿਆ ਤੇ ਜਾ ਕੈਦਖਾਨੇ ਦੇ ਬੂਹੇ ਖੁੱਲੇ ਵੇਖੇ ਤਾਂ ਇਹ ਸਮਝ ਕੇ ਭਈ ਕੈਦੀ ਭੱਜ ਗਏ ਹਨ। ਜਦੋਂ ਉੱਥੇ ਦਾ ਸੂਬੇਦਾਰ ਆਇਆ, ਠੀਕ ਹੈ ਨਾ, ਦਰੋਗਾ ਆਇਆ, ਉਹਨੇ ਦੇਖਿਆ ਵੀ ਕੈਦਖਾਨੇ ਦੇ ਬੂਹੇ ਖੁੱਲੇ ਆ। ਉਹ ਡਰ ਗਿਆ, ਉਹਨੇ ਆਪਣੀ ਤਲਵਾਰ ਧੂਈ ਤੇ ਆਪਣੇ ਮਾਰਨ ਲੱਗਾ। ਪਰ ਪੌਲੁਸ ਨੇ ਉੱਚੀ ਆਵਾਜ਼ ਨਾਲ ਪੁਕਾਰ ਕੇ ਆਖਿਆ ਜੋ ਆਪ ਨੂੰ ਕੁਝ ਨੁਕਸਾਨ ਨਾ ਪਹੁੰਚਾ, ਜੋ ਅਸੀਂ ਸਭ ਇੱਥੇ ਹੀ ਹਾਂ। ਉਹ ਕਹਿੰਦਾ ਆਪਣੇ ਆਪ ਨੂੰ ਨੁਕਸਾਨ ਨਾ ਪਹੁੰਚਾ, ਅਸੀਂ ਸਭ ਦੇ ਸਭ ਇੱਥੇ ਹੀ ਹਾਂ। ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿੱਦਾਂ ਖੁਦਾ ਆਪਣੇ ਲੋਕਾਂ ਦੇ ਵਿੱਚ ਹੋ ਕੇ ਕੰਮ ਕਰਦਾ। ਚਾਹੇ ਉਹਦੇ ਲੋਕ ਕੈਦਖਾਨੇ ਦੇ ਵਿੱਚ ਹੋਣ, ਤੰਗੀਆਂ ਵਿੱਚ ਹੋਣ, ਮੁਸੀਬਤਾਂ ਦੇ ਵਿੱਚ ਹੋਣ, ਖੁਦਾਵੰਦ ਸਿੰਘਾਸਨ ਛੱਡ ਕੇ ਥੱਲੇ ਉਤਰ ਆਉਂਦਾ ਹੈ। ਜਦੋਂ ਸ਼ਰਦਕ, ਮੇਸ਼ਕ, ਅਬੇਦਨਗੋ ਨੂੰ ਅੱਗ ਦੀ ਭੱਠੀ 'ਚ ਸਿੱਟਿਆ ਗਿਆ ਤੇ ਤੁਸੀਂ ਵੇਖ ਸਕਦੇ ਹੋ, ਰਾਜਾ ਕਹਿੰਦਾ ਕਿ ਤਿੰਨਾਂ ਨੂੰ ਨਹੀਂ ਸੀ ਸਿੱਟਿਆ, ਚੌਥਾ ਕੌਣ ਆ? ਖੁਦਾਵੰਦ ਸਿੰਘਾਸਨ ਛੱਡ ਕੇ ਆਪਣੇ ਲੋਕਾਂ ਨੂੰ ਬਚਾਉਣ ਲਈ ਉਤਰ ਆਉਂਦਾ ਹੈ। ਪੌਲੁਸ ਅਤੇ ਸਿਲਾਸ ਨੂੰ ਬਚਾਉਣ ਦੇ ਲਈ ਖੁਦਾ ਥੱਲੇ ਉਤਰ ਆਇਆ। ਫਿਰ ਉਹਨਾਂ ਨੇ ਕਿਹਾ, ਪਰ ਪੌਲੁਸ ਨੇ ਉੱਚੀ ਆਵਾਜ਼ ਨਾਲ ਪੁਕਾਰ ਕੇ ਆਖਿਆ ਜੋ ਆਪਣੇ ਆਪ ਨੂੰ ਨੁਕਸਾਨ ਨਾ ਪਹੁੰਚਾ, ਕਿਉਂ ਜੋ ਅਸੀਂ ਸਭੇ ਇੱਥੇ ਹੀ ਹਾਂ। ਜਦ ਉਹ ਦੀਵੇ ਮੰਗਾ ਕੇ ਅੰਦਰ ਨੂੰ ਦੌੜਿਆ ਤੇ ਕੰਬਦਾ ਪੌਲੁਸ ਅਤੇ ਸਿਲਾਸ ਦੇ ਅੱਗੇ ਡਿੱਗ ਪਿਆ ਅਤੇ ਉਹਨਾਂ ਨੂੰ ਬਾਹਰ ਲਿਆ ਕੇ ਕਿਹਾ, ਹੇ ਮਹਾਪੁਰਖੋ, ਮੈਂ ਕੀ ਕਰਾਂ ਜੋ ਬਚਾਇਆ ਜਾਵਾਂ। ਹੁਣ ਦੇਖੋ ਕਿੰਨੀ ਵੱਡੀ ਗੱਲ ਆ। ਕੈਦਖਾਨੇ ਵਿੱਚ ਉਹ ਸੀਗੇ ਤੇ ਉੱਥੇ ਦਾ ਦਰੋਗਾ ਉਹਨਾਂ ਦੇ ਪੈਰੀ ਪੈ ਗਿਆ, ਕਹਿੰਦਾ ਮੈਂ ਕੀ ਕਰਾਂ ਜੋ ਬਚਾਇਆ ਜਾਵਾਂ, ਕਿਉਂਕਿ ਉਹਨੇ ਵੇਖਿਆ ਵੀ ਇਹ ਬੜਾ ਵੱਡਾ ਚਮਤਕਾਰ ਹੋਇਆ। ਆਪਣੇ ਲੋਕਾਂ ਦੇ ਪਿੱਛੇ ਖੁਦਾ ਨੀਚੇ ਉਤਰ ਆਇਆ। ਉਹਨਾਂ ਆਖਿਆ ਪ੍ਰਭੂ ਯੀਸ਼ੂ ਉੱਤੇ ਨਿਹਚਾ ਕਰ। ਪੌਲੁਸ ਅਤੇ ਸਿਲਾਸ ਨੇ ਫਿਰ ਕੀ ਕਿਹਾ? ਉਸ ਦਰੋਗੇ ਨੂੰ ਕਹਿੰਦੇ ਪ੍ਰਭੂ ਯੀਸ਼ੂ ਮਸੀਹ ਦੇ ਉੱਤੇ ਨਿਹਚਾ ਕਰ ਜੇ ਤੂੰ ਬਚਣਾ ਹੈ। ਉਹਨਾਂ ਆਖਿਆ ਪ੍ਰਭੂ ਯੀਸ਼ੂ ਉੱਤੇ ਨਿਹਚਾ ਕਰ ਤਾਂ ਤੂੰ ਅਤੇ ਤੇਰਾ ਘਰਾਣਾ ਬਚਾਏ ਜਾਓਗੇ। ਕਹਿੰਦਾ ਤੂੰ ਵੀ ਬਚਾਇਆ ਜਾਵੇਗਾ, ਤੇਰਾ ਘਰਾਣਾ ਵੀ ਬਚਾਇਆ ਜਾਵੇਗਾ। ਤਾਂ ਉਹਨਾਂ ਨੇ ਉਸ ਨੂੰ ਅਤੇ ਉਹਨਾਂ ਸਭਨਾਂ ਨੂੰ ਜਿਹੜੇ ਉਸਦੇ ਘਰ ਵਿੱਚ ਸਨ ਪ੍ਰਭੂ ਦਾ ਵਚਨ ਸੁਣਾਇਆ ਅਤੇ ਰਾਤ ਦੀ ਉਸੇ ਘੜੀ ਉਹਨਾਂ ਨੇ ਉਸ ਨੂੰ ਲੈ ਕੇ ਉਹਨਾਂ ਦੇ ਜ਼ਖਮ ਧੋਤੇ ਅਤੇ ਉਸਨੇ ਔਰ ਉਸਦੇ ਸਾਰੇ ਘਰ ਦੀਆਂ ਨੇ ਉਸ ਵੇਲੇ ਬਪਤਿਸਮਾ ਲਿਆ। ਹੁਣ ਦੇਖੋ ਕਹਿੰਦੇ ਉਸਨੇ ਉਹਨਾਂ ਦੇ ਜ਼ਖਮ ਧੋਤੇ ਤੇ ਸਾਰਿਆਂ ਨੇ ਫਿਰ ਕੀ ਕੀਤਾ? ਬਪਤਿਸਮਾ ਲਿਆ ਅਤੇ ਉਹਨਾਂ ਨੂੰ ਘਰ ਵਿੱਚ ਲਿਆ ਕੇ ਉਹਨਾਂ ਦੇ ਅੱਗੇ ਭੋਜਨ ਪਰੋਸਿਆ ਅਤੇ ਉਸਨੇ ਖੁਦਾ ਦੀ ਪ੍ਰਤੀਤ ਕਰਕੇ ਆਪਣੇ ਸਾਰੇ ਟੱਬਰ ਸਣੇ ਖੁਸ਼ਖਬਰੀ ਮਨਾਈ। ਦੇਖੋ ਖੁਦਾ ਦਾ ਬੰਦਾ, ਖੁਦਾ ਦਾ ਦੂਤ ਜਦੋਂ ਕਿਸੇ ਸਥਾਨ ਵਿੱਚ ਜਾਂਦਾ ਆ ਤੇ ਕਿੱਦਾਂ ਲੋਕਾਂ ਨੂੰ ਤੌਬਾ ਕਰਵਾ ਦਿੰਦਾ ਆ। ਦਰੋਗੇ ਨੇ ਕਿਹਾ ਵੀ ਮੈਂ ਕੀ ਕਰਾਂ? ਉਹ ਕਹਿੰਦਾ ਤੌਬਾ ਕਰ, ਯੀਸ਼ੂ ਮਸੀਹ ਦੇ ਨਾਮ ਉੱਤੇ ਵਿਸ਼ਵਾਸ ਕਰ ਜੇ ਬਚਣਾ। ਤੇ ਅੱਜ ਇਸ ਸੰਸਾਰ ਦਾ ਜਦੋਂ ਨਾਸ਼ ਹੋਣ ਵਾਲਾ ਆ ਤੇ ਖੁਦਾ ਦੇ ਸੱਚੇ ਲੋਕ, ਉਹਦੇ ਸੇਵਕ ਜਦੋਂ ਪ੍ਰਚਾਰ ਕਰ ਰਹੇ ਹਨ ਤੇ ਉਹ ਪ੍ਰਚਾਰ ਆਪਣੇ ਵੱਲੋਂ ਨਹੀਂ ਕਰ ਰਹੇ।
खुदा दा पवित्र आत्मा उन्हां दे पिछे है, उन्हां दे अंदर है। खुदा दीयां शक्तियां, स्वर्ग दी शक्तियां उन लोकां दे अंदर है जिन्हां को खुदा दा पवित्र आत्मा है। ਤੇ ਉਹ ਖੁਦਾ ਦੇ ਪਵਿੱਤਰ ਆਤਮਾ ਪਾਏ ਹੋਏ ਲੋਕ ਅੱਜ ਲੋਕਾਂ ਨੂੰ ਬਚਾਉਣ ਲਈ ਕਹਿ ਰਹੇ ਹਨ, ਆਪਣੇ ਆਪਣੇ ਗੁਨਾਹ ਪਾਪਾਂ ਦੇ ਮਾਫੀ ਦੇ ਲਈ ਯਿਸੂ ਮਸੀਹ ਦੇ ਨਾਮ 'ਚ ਬਸਮਾ ਲਓ, ਤਾਂ ਪਵਿੱਤਰ ਆਤਮਾ ਦਾ ਦਾਨ ਪਾਓਗੇ ਤੇ ਬਚਾਏ ਜਾਓਗੇ। ਅੱਜ ਕਿਸੇ ਮਨੁੱਖ ਦਾ ਬਚਾਅ ਨਹੀਂ ਹੈ। ਜੇ ਕੋਈ ਮਨੁੱਖ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਬਸਮਾ ਨਹੀਂ ਲੈਂਦਾ, ਉਹਦਾ ਬਚਾਅ ਨਹੀਂ ਹੋਵੇਗਾ, ਉਹ ਭੁਲੇਖੇ ਵਿੱਚ ਆ। ਯਿਸੂ ਮਸੀਹ ਦੇ ਨਾਮ ਦੇ ਵਿੱਚ ਬਸਮਾ ਲੈਣਾ ਤੇ ਪਵਿੱਤਰ ਆਤਮਾ ਦਾ ਦਾਨ ਪਾਣ ਦੇ ਨਾਲ ਹੀ ਬਚਾਅ ਆ, ਨਹੀਂ ਤੇ ਕਿਸੇ ਦਾ ਬਚਾਅ ਨਹੀਂ ਹੋਣਾ। ਸਭ ਦੇ ਸਭ ਨਿਆਂ ਦੇ ਸਿੰਘਾਸਨ ਅੱਗੇ ਖੜਨਗੇ ਜਾ ਕੇ। ਇਸ ਕਰਕੇ ਨਬੀ ਕਹਿੰਦਾ ਵੀ ਬੜੀ ਪਾਵਰ ਹੁੰਦੀ ਇੱਕ ਦੂਤ ਦੇ ਵਿੱਚ, ਪੂਰਾ ਦੇਸ਼ ਉਹਦੇ ਪਿੱਛੇ ਖੜਾ ਹੁੰਦਾ। ਇਸੇ ਤਰ੍ਹਾਂ ਜਦੋਂ ਖੁਦਾ ਦਾ ਕੋਈ ਦੂਤ ਖੁਦਾ ਦਾ ਪ੍ਰਚਾਰ ਕਰਦਾ ਤੇ ਸਵਰਗ ਦੀ ਸਾਰੀਆਂ ਸ਼ਕਤੀਆਂ ਉਹਦੇ ਪਿੱਛੇ ਖੜੀਆਂ ਹੁੰਦੀਆਂ ਹਨ। ਇਸ ਕਰਕੇ ਸਭ ਆਪਣੇ ਆਪਣੇ ਪਾਪਾਂ ਤੋਂ ਤੋਬਾ ਕਰੋ, ਵਚਨ ਦੇ ਵਿੱਚ ਅੱਗੇ ਵਧੋ। ਜੋ ਖੁਦਾ ਦਾ ਵਚਨ ਕਹਿੰਦਾ ਉਹੀ ਕੰਮ ਕਰੋ, ਵਚਨ ਤੋਂ ਬਾਹਰ ਕੋਈ ਵੀ ਕੰਮ ਨਾ ਕਰੋ। ਜੇ ਤੁਸੀਂ ਵਚਨ ਦੇ ਦਾਇਰੇ ਵਿੱਚ ਰਹਿ ਕੇ ਕੰਮ ਕਰੋਗੇ ਤੇ ਖੁਦਾਵੰਦ ਆਪਣੇ ਦੂਤਾਂ ਨੂੰ ਘੱਲ ਦੇਵੇਗਾ ਤੁਹਾਡੀ ਰੱਖਿਆ ਕਰਨ ਦੇ ਲਈ। ਮੂਸਾ ਦੇ ਨਾਲ ਇੱਕ ਦੂਤ ਸੀਗਾ। ਨਬੀ ਕਹਿੰਦਾ ਮੂਸਾ ਨੇ ਕੋਈ ਚਿੰਨ ਚਮਤਕਾਰ ਨਹੀਂ ਕੀਤਾ। ਮੂਸਾ ਦੇ ਨਾਲ ਨਾਲ ਹੁਣ ਦੇਖੋ ਅਸੀਂ ਵਚਨ ਚੋਂ ਪੜ੍ਹਦੇ ਹਾਂ, ਨਬੀ ਨੇ ਕਿਹਾ ਫਿਰ ਜਦੋਂ ਮੂਸਾ ਉਹਨਾਂ ਨੂੰ ਛੁਡਾਉਣ ਲਈ ਉੱਥੇ ਚਲਾ ਗਿਆ, ਕਿਉਂਕਿ ਉਹਨਾਂ ਉਸ ਨੂੰ ਠੁਕਰਾ ਦਿੱਤਾ ਸੀ, ਉਸ ਨੂੰ ਰੱਦ ਕਰ ਦਿੱਤਾ ਸੀ, ਅਤੇ ਉਹਨਾਂ ਨੂੰ ਦੁੱਖਾਂ ਨਾਲ ਭਰੇ 40 ਵਰੇ ਹੋਰ ਚੱਲਣੇ ਪਏ। ਜਦੋਂ ਕੋਈ ਖੁਦਾ ਦੇ ਬੰਦੇ ਦੀ ਆਵਾਜ਼ ਨੂੰ ਨਹੀਂ ਸੁਣਦਾ, ਉਹ ਦੁੱਖਾਂ 'ਚ ਪੈਂਦਾ। ਜਦੋਂ ਮੂਸਾ ਨੂੰ ਖੁਦਾ ਨੇ ਘੱਲਿਆ ਸੀ ਤੇ ਲੋਕਾਂ ਨੇ ਮੂਸਾ ਦੀ ਆਵਾਜ਼ ਨੂੰ ਰੱਦ ਕਰ ਦਿੱਤਾ ਸੀ, ਉਹ ਕਹਿੰਦੇ ਅਸੀਂ ਤੈਨੂੰ ਆਪਣਾ ਆਗੂ ਨਹੀਂ ਮੰਨਦੇ, ਤੇ 40 ਸਾਲ ਹੋਰ ਦੁੱਖ ਦੇ ਉਹਨਾਂ ਨੂੰ ਚੱਲਣੇ ਪਏ। 40 ਸਾਲ ਉਹਨਾਂ ਨੂੰ ਦੁੱਖ ਦੇ ਹੋਰ ਚੱਲਣੇ ਪਏ। ਕੀ ਇਹ ਠੀਕ ਨਹੀਂ ਹੈ? ਦੁੱਖਾਂ ਨਾਲ ਭਰੇ ਹੋਰ 40 ਸਾਲ। ਮੂਸਾ ਮਾਰੂਥਲ ਦੇ ਪਿਛਲੇ ਪਾਸੇ ਦੌੜਿਆ ਗਿਆ। ਥੋੜੇ ਚਿਰ ਬਾਅਦ ਆਖਿਰਕਾਰ ਫੇਰ ਦੁਬਾਰਾ ਖੁਦਾ ਰਾਹੀਂ ਬੁਲਾਇਆ ਗਿਆ। ਜਦੋਂ ਲੋਕਾਂ ਨੇ ਚੀਖਣਾ ਤੇ ਰੋਣਾ ਸ਼ੁਰੂ ਕਰ ਦਿੱਤਾ ਸੀਗਾ, ਫਿਰ ਲੋਕਾਂ ਨੇ ਚੀਖਣਾ ਤੇ ਰੋਣਾ ਸ਼ੁਰੂ ਕਰ ਦਿੱਤਾ, ਫਿਰ ਉਹਨੇ ਮੂਸਾ ਨੂੰ ਭੇਜਿਆ ਦੁਬਾਰਾ। ਜਦੋਂ ਮੂਸਾ ਨੂੰ ਭੇਜਿਆ ਤੇ ਉਹਨਾਂ ਨੇ ਵਿਸ਼ਵਾਸ ਕੀਤਾ, ਤੇ ਫਿਰ ਉਹਨਾਂ ਨੇ ਮੂਸਾ ਨੇ ਕੀ ਕੀਤਾ, ਮਿਸਰ ਦੇ ਵਿੱਚੋਂ ਲੋਕਾਂ ਨੂੰ ਬਾਹਰ ਕੱਢਿਆ। ਲੇਕਿਨ ਮਿਸਰ ਤੋਂ ਬਾਹਰ ਆਉਣ ਦੇ ਬਾਵਜੂਦ ਵੀ ਲੋਕਾਂ ਦੇ ਅੰਦਰ ਮਿਸਰ ਬਾਹਰ ਨਹੀਂ ਸੀ ਗਿਆ। ਕਹਿਣ ਦਾ ਮਤਲਬ ਭਾਈ ਬ੍ਰੈਨਮ ਕਹਿੰਦੇ ਲੋਕ ਅੱਜ ਮਸੀਹ ਜੀਵਨ ਦੇ ਵਿੱਚ ਆਉਂਦੇ ਆ, ਲੇਕਿਨ ਉਹਨਾਂ ਦੇ ਅੰਦਰ ਮਸੀਹ ਜੀਵਨ ਨਹੀਂ ਹੁੰਦਾ, ਸੰਸਾਰ ਭਰਿਆ ਹੋਇਆ ਹੁੰਦਾ। ਫਿਰ ਉਹ ਬੰਦਾ ਆਪਣੇ ਆਪ ਨੂੰ ਧੋਖਾ ਦੇ ਰਿਹਾ ਹੈ। ਜੇ ਤੁਸੀਂ ਸੰਸਾਰ ਦੇ ਨਾਲ ਭਰੇ ਹੋਏ ਹੋ, ਤੁਸੀਂ ਆਪਣੇ ਆਪ ਨੂੰ ਧੋਖਾ ਦਿੰਦੇ ਹੋ। ਹੁਣ ਨਬੀ ਕਹਿੰਦਾ ਤੁਸੀਂ ਆਪਣੇ ਆਪ ਦੀ ਅਗਵਾਈ ਨਹੀਂ ਕਰ ਸਕਦੇ। ਕੋਈ ਵੀ ਬੰਦਾ ਆਪਣੀ ਅਗਵਾਈ ਆਪ ਨਹੀਂ ਕਰ ਸਕਦਾ। ਜੇ ਕੋਈ ਸੋਚੇ ਮੈਂ ਪ੍ਰਾਰਥਨਾ ਕਰਨਾ, ਮੈਂ ਯਿਸੂ ਮਸੀਹ ਨਾਮ 'ਚ ਬਸਮਾ ਲੈ ਲਿਆ, ਮੈਨੂੰ ਵੀ ਪਤਾ ਨਬੀ ਦਾ, ਮੈਂ ਆਪਣੀ ਅਗਵਾਈ ਆਪ ਹੀ ਕਰ ਲੂੰ। ਨਬੀ ਕਹਿੰਦਾ ਕੋਈ ਵੀ ਆਪਣੀ ਅਗਵਾਈ ਆਪ ਨਹੀਂ ਕਰ ਸਕਦਾ। ਦੋ ਹੀ ਰਾਹ ਹਨ, ਉਹ ਹਨ ਤੁਹਾਡਾ ਰਾਹ ਅਤੇ ਖੁਦਾ ਦਾ ਰਾਹ। ਕਹਿੰਦਾ ਦੋ ਹੀ ਰਾਸਤੇ ਆ, ਇੱਕ ਤੁਹਾਡਾ ਰਾਹ ਹੈ ਤੇ ਖੁਦਾ ਦਾ ਰਾਹ ਹੈ। ਹੁਣ ਤੁਹਾਡੀ ਮਰਜ਼ੀ, ਤੁਸੀਂ ਖੁਦਾ ਦੇ ਰਾਹ ਚੱਲਣਾ ਜਾਂ ਆਪਣੀ ਸਮਝ ਦਾ ਸਹਾਰਾ ਲੈਣਾ, ਆਪਣੇ ਰਾਹ ਚੱਲਣਾ ਹੈ। ਅਤੇ ਜਦੋਂ ਤੁਸੀਂ ਆਪਣੇ ਰਾਹ ਤੇ ਹੁੰਦੇ ਹੋ ਤਾਂ ਤੁਸੀਂ ਖੁਦਾ ਦੇ ਰਾਹ ਤੋਂ ਬਾਹਰ ਹੁੰਦੇ ਹੋ। ਜੇ ਕੋਈ ਆਪਣੇ ਰਾਹ ਤੇ ਚੱਲਦਾ ਹੈ, ਆਪਣੀ ਸਮਝ ਦੇ ਨਾਲ ਚੱਲਦਾ, ਉਹ ਖੁਦਾ ਦੇ ਰਾਹ ਤੋਂ ਬਾਹਰ ਹੁੰਦਾ ਹੈ, ਉਹਦਾ ਬਚਾਵ ਨਹੀਂ ਆ। ਕੋਈ ਬੰਦਾ ਭੁਲੇਖੇ 'ਚ ਨਾ ਰਵੇ ਉਹਦਾ ਬਚਾਵ ਹੋਵੇਗਾ। ਬਪਤਿਸਮਾ ਲੈਣ ਦੇ ਨਾਲ ਕੋਈ ਬਚਾਵ ਨਹੀਂ ਹੈ, ਕਿਉਂਕਿ ਨਬੀ ਕਹਿੰਦਾ ਸੱਪ ਦੇ ਪਿੱਛੋਂ ਜੀ 20 ਆ ਕੇ ਬਪਤਿਸਮਾ ਲੈ ਲੈਂਦੇ ਹਨ। ਬਪਤਿਸਮਾ ਲੈਣ ਦੇ ਨਾਲ ਬਚਾਵ ਨਹੀਂ ਹੈ। ਉਹ ਤਾਂ ਇੱਕ ਸ਼ੁੱਧੀਕਰਨ ਹੈ, ਇੱਕ ਐਡਮਿਸ਼ਨ ਹੈ। ਹੁਣ ਸਕੂਲ ਦੇ ਵਿੱਚ ਬੱਚੇ ਨੂੰ ਪਾਉਂਦੇ ਆ, ਐਡਮਿਸ਼ਨ ਕਰਵਾਤੀ। ਐਡਮਿਸ਼ਨ ਕਰਾਉਣ ਦਾ ਮਤਲਬ ਇਹ ਨਹੀਂ ਹੁੰਦਾ ਵੀ ਬੱਚੇ ਨੂੰ ਸਾਰੇ ਸਰਟੀਫਿਕੇਟ ਮਿਲ ਗਏ। ਜਦੋਂ ਤੱਕ ਉਹ ਇੱਕ ਕਲਾਸ ਕਰਦਾ ਹੋਇਆ, ਪੜ੍ਹਦਾ ਹੋਇਆ ਅੱਗੇ ਨਹੀਂ ਵੱਧਦਾ, ਉਹਨੂੰ ਸਰਟੀਫਿਕੇਟ ਨਹੀਂ ਦਿੱਤੇ ਜਾਂਦੇ। ਇਸੇ ਤਰ੍ਹਾਂ ਮਸੀਹ ਜੀਵਨ ਹੁੰਦਾ। ਜਦੋਂ ਕੋਈ ਮਨੁੱਖ ਮਸੀਹ ਜੀਵਨ ਦੇ ਵਿੱਚ ਸਹੀ ਨਹੀਂ ਚੱਲ ਰਿਹਾ ਤੇ ਫਿਰ ਉਹ ਆਪਣੇ ਆਪ ਦੇ ਵਿੱਚ ਹੀ ਚੱਲ ਰਿਹਾ ਹੈ, ਉਹਦਾ ਜੀਵਨ ਗਲਤ ਆ। ਉਸਨੂੰ ਇੱਕ ਭੇਡ ਆਖਿਆ ਗਿਆ ਸੀ। ਸਾਡੀ ਤੁਲਨਾ ਭੇਡਾਂ ਨਾਲ ਕੀਤੀ ਗਈ ਹੈ। ਜੇਕਰ ਇੱਥੇ ਬੈਠੇ ਹੋਏ ਲੋਕਾਂ ਵਿੱਚ ਕੋਈ ਭੇਡਾਂ ਨੂੰ ਪਾਲਣ ਬਾਰੇ ਜਾਣਦਾ ਹੈ, ਜਦੋਂ ਕੋਈ ਭੇਡ ਗਵਾਚ ਜਾਂਦੀ ਹੈ ਤਾਂ ਪੂਰੀ ਤਰ੍ਹਾਂ ਨਾਲ ਬੇਵਸ ਹੁੰਦੀ ਹੈ। ਇਹ ਬਸ ਖੜੀ ਰਹੇਗੀ ਅਤੇ ਆਪਣੇ ਮਰ ਜਾਣ ਤੱਕ ਭੈਂ ਭੈਂ ਕਰਦੀ ਰਹੇਗੀ। ਇਹ ਬੇਵਸ ਹੈ। ਕਹਿੰਦਾ ਕਿ ਭੇਡ ਜਦੋਂ ਗਵਾਚ ਜਾਂਦੀ ਉਹ ਬਸ ਬੇਵਸ ਹੋ ਜਾਂਦੀ। ਇਸੇ ਤਰ੍ਹਾਂ ਜਦੋਂ ਇੱਕ ਮਸੀਹ ਬੰਦਾ ਵਚਨ ਤੋਂ ਪਿੱਛੇ ਹਟ ਜਾਂਦਾ ਹੈ, ਸੰਸਾਰ ਵਿੱਚ ਗਵਾਚ ਜਾਂਦਾ, ਤੇ ਉਹ ਇਕੱਲਾ ਹੁੰਦਾ, ਉਹਦੀ ਅਗਵਾਈ ਕਰਨ ਵਾਲਾ ਫਿਰ ਕੋਈ ਨਹੀਂ ਹੁੰਦਾ। ਅਤੇ ਅਸੀਂ ਇੱਕ ਆਗੂ ਤੋਂ ਬਿਨਾਂ ਬੇਵਸ ਹਾਂ। ਨਬੀ ਕਹਿੰਦਾ ਇਸ ਆਗੂ ਤੋਂ ਬਿਨਾਂ, ਇੱਕ ਰਾਜਦੂਤ ਤੋਂ ਬਿਨਾਂ ਅਸੀਂ ਬੇਵਸ ਹਾਂ। ਅਤੇ ਮਸੀਹ ਸਾਡਾ ਆਗੂ ਹੈ। ਅਤੇ ਖੁਦਾ ਮੂਸਾ ਦਾ ਆਗੂ ਸੀ
ਅਤੇ ਖੁਦਾ ਮੂਸਾ ਦਾ ਆਗੂ ਸੀ, ਭਾਵੇਂ ਉਸਨੇ ਉਸਦੀ ਅਗਵਾਈ ਕਰਨ ਲਈ ਇੱਕ ਸਵਰਗਦੂਤ ਨੂੰ ਭੇਜਿਆ ਸੀ। ਮੈਂ ਆਪਣੇ ਦੂਤ ਨੂੰ ਤੇਰੇ ਅੱਗੇ ਅੱਗੇ ਘੱਲਦਾ ਹਾਂ ਕਿ ਉਹ ਰਾਹ ਵਿੱਚ ਤੇਰੀ ਰਖਵਾਲੀ ਕਰੇ ਅਤੇ ਤੈਨੂੰ ਉਸ ਸਥਾਨ ਵਿੱਚ ਲੈ ਜਾਵੇ ਜਿਸ ਦਾ ਮੈਂ ਵਾਅਦਾ ਕੀਤਾ ਹੈ। ਉਹ ਦੂਤ ਉਸਦਾ ਆਗੂ ਬਣਿਆ ਸੀ। ਹੁਣ ਉਹ ਦੂਤ ਆਗੂ ਬਣਿਆ ਸੀ। ਉਸ ਦੂਤ ਨੇ ਅਜੀਬ ਕੰਮ ਕੀਤੇ। ਨਬੀ ਕਹਿੰਦਾ ਮੂਸਾ ਨੇ ਕਦੇ ਵੀ ਕੋਈ ਅਜੀਬ ਕੰਮ ਨਹੀਂ ਕੀਤਾ। ਜਿੰਨੇ ਵੀ ਖੁਦਾ ਦੇ ਲੋਕ ਹੁੰਦੇ ਹਨ ਉਹ ਅਜੀਬ ਕੰਮ ਨਹੀਂ ਕਰਦੇ। ਉਹਨਾਂ ਦੇ ਅੰਦਰ ਕੁਝ ਹੁੰਦਾ ਆ, ਉਹਨਾਂ ਦੇ ਅੰਦਰ ਉਹ ਪਵਿੱਤਰ ਆਤਮਾ ਹੁੰਦਾ ਆ ਜੋ ਅਜੀਬ ਕੰਮਾਂ ਨੂੰ ਕਰਦਾ ਆ। ਤੁਹਾਨੂੰ ਪਤਾ ਭਾਈ ਬ੍ਰਾਨਮ ਨੇ ਕਿਹਾ ਕੋਈ ਵੀ ਬੰਦਾ ਮਸੀਹ ਜੀਵਨ ਨਹੀਂ ਜੀ ਸਕਦਾ ਜਦੋਂ ਤੱਕ ਪਵਿੱਤਰ ਆਤਮਾ ਉਸ ਬੰਦੇ ਦੇ ਅੰਦਰ ਆ ਕੇ ਮਸੀਹ ਜੀਵਨ ਜੀਣ ਨੂੰ ਮਜਬੂਰ ਨਾ ਕਰ ਦੇਵੇ। ਹਰ ਇੱਕ ਮਨੁੱਖ ਨਬੀ ਕਹਿੰਦਾ ਪਾਪੀ ਆ। ਇਸ ਸੰਸਾਰ ਵਿੱਚ ਜੋ ਵੀ ਕੋਈ ਪੈਦਾ ਹੁੰਦਾ ਉਹ ਜਨਮ ਤੋਂ ਹੀ ਪਾਪੀ ਹੁੰਦਾ ਆ, ਜਨਮ ਤੋਂ ਹੀ ਪਾਪੀ ਹੁੰਦਾ ਹੈ। ਮੂਸਾ ਦੇ ਅੰਦਰ ਉਸ ਦੂਤ ਨੇ ਅਜੀਬ ਕੰਮ ਵਿਖਾਲੇ ਕਿ ਤੁਸੀਂ ਸਮਝੇ ਕਿ ਮੇਰਾ ਕੀ ਮਤਲਬ ਹੈ। ਖੁਦਾ ਦਾ ਦੂਤ ਉਸਦੇ ਨਾਲ ਸੀ। ਉਸ ਦੂਤ ਨੇ ਉਹਨਾਂ ਦੀ ਅਗਵਾਈ ਕੀਤੀ, ਅਜੀਬ ਕੰਮ ਕੀਤੇ। ਉਸ ਦੂਤ ਨੇ ਅਜੀਬ ਕੰਮ ਕੀਤੇ। ਸੰਤ ਪੌਲੁਸ ਨੇ ਜਦੋਂ ਖੁਦਾ ਦੇ ਵਿੱਚੋਂ ਅੱਗੇ ਵਧਿਆ ਤੇ ਦੂਤ ਨੇ ਉਹਦੀ ਅਗਵਾਈ ਕੀਤੀ, ਪਿਲਰ ਆਫ ਫਾਇਰ ਨੇ ਉਹਦੀ ਅਗਵਾਈ ਕੀਤੀ। ਮੂਸਾ ਜਦੋਂ ਖੁਦਾ ਦੇ ਕੰਮ ਕਰ ਰਿਹਾ ਸੀਗਾ ਤੇ ਦੂਤ ਨੇ ਉਹਦੀ ਅਗਵਾਈ ਕੀਤੀ। ਯਹੋਸ਼ੂਆ ਦੀ ਅਗਵਾਈ ਕਿਹਨੇ ਕੀਤੀ? ਦੂਤ ਨੇ ਕੀਤੀ। ਖੁਦਾ ਆਪਣੇ ਲੋਕਾਂ ਦੇ ਨਾਲ ਨਾਲ ਚੱਲਦਾ। ਕਹਿਣ ਦਾ ਮਤਲਬ ਜਦੋਂ ਕੋਈ ਬੰਦਾ ਖੁਦਾ ਦੇ ਕੰਮ ਕਰਦਾ ਤੇ ਉਹ ਫਿਰ ਬੰਦਾ ਆਮ ਬੰਦਾ ਨਹੀਂ ਹੁੰਦਾ, ਉਹ ਖੁਦਾ ਦਾ ਦੂਤ ਹੁੰਦਾ। ਤੇ ਜੇ ਕੋਈ ਖੁਦਾ ਦੇ ਦੂਤ ਨੂੰ ਛੇੜਦਾ ਆ, ਖੁਦਾ ਦੇ ਦੂਤ ਨੂੰ ਅਪਸ਼ਬਦ ਬੋਲਦਾ, ਤੇ ਬਾਈਬਲ 'ਚ ਸਾਫ਼ ਲਿਖਿਆ ਆ ਮਨੁੱਖ ਦੇ ਪੁੱਤਰ ਦੇ ਖਿਲਾਫ ਕਈ ਕਈ ਗੱਲ ਦੀ ਮਾਫੀ ਹੈ, ਪਰ ਪਵਿੱਤਰ ਆਤਮਾ ਦੇ ਖਿਲਾਫ ਕਈ ਕਈ ਗੱਲ ਦੀ ਕੋਈ ਵੀ ਮਾਫੀ ਨਹੀਂ ਹੈ। ਹੁਣ ਕਿੱਦਾਂ ਕੋਈ ਜਾਣੇਗਾ ਵੀ ਪਵਿੱਤਰ ਆਤਮਾ ਪਾਇਆ ਹੋਇਆ ਮਨੁੱਖ ਕਿੱਦਾਂ ਦਾ ਹੁੰਦਾ ਹੈ? ਜਦੋਂ ਤੱਕ ਕਿਸੇ ਕੋ ਪਵਿੱਤਰ ਆਤਮਾ ਨਹੀਂ, ਉਹ ਜਾਣ ਨਹੀਂ ਸਕਦਾ ਵੀ ਇਸ ਬੰਦੇ ਅੰਦਰ ਪਵਿੱਤਰ ਆਤਮਾ ਹੈ। ਸਰੀਰਕ ਮਨੁੱਖ ਨਹੀਂ ਸਮਝ ਸਕਦੇ ਪਵਿੱਤਰ ਆਤਮਾ ਪਾਏ ਹੋਏ ਮਨੁੱਖ ਨੂੰ, ਕਿਉਂਕਿ ਪਵਿੱਤਰ ਆਤਮਾ ਪਾਇਆ ਹੋਇਆ ਮਨੁੱਖ ਵਚਨ ਨੂੰ ਪਹਿਲ ਦਿੰਦਾ। ਇਸ ਗੱਲ ਨੂੰ ਯਾਦ ਰੱਖਣਾ, ਪਵਿੱਤਰ ਆਤਮਾ ਪਾਇਆ ਹੋਇਆ ਮਨੁੱਖ ਹਮੇਸ਼ਾ ਵਚਨ ਨੂੰ ਪਹਿਲ ਦਿੰਦਾ ਹੈ। ਉਹ ਕਹਿੰਦਾ ਪ੍ਰਭੂ ਜੀ ਜੋ ਤੂੰ ਕਿਹਾ ਉਸੇ ਤਰ੍ਹਾਂ ਹੋਵੇਗਾ। ਨੂਹ ਦੇ ਸਮੇਂ ਨੂਹ ਨੇ ਆਪਣੀ ਸਮਝ ਦਾ ਸਹਾਰਾ ਨਹੀਂ ਲਿਆ, ਮੂਸਾ ਨੇ ਆਪਣੀ ਸਮਝ ਦਾ ਸਹਾਰਾ ਨਹੀਂ ਲਿਆ, ਇਬਰਾਹਿਮ ਨੇ ਆਪਣੀ ਸਮਝ ਦਾ ਸਹਾਰਾ ਨਹੀਂ ਲਿਆ। ਵੀ ਪ੍ਰਭੂ ਨੇ ਕਿਹਾ ਸੀ 25 ਸਾਲ ਬਾਅਦ ਬੱਚਾ ਦਊਂਗਾ, ਤੈਨੂੰ ਬੱਚਾ ਦਊਂਗਾ, ਤੇ 25 ਸਾਲ ਨਿਕਲ ਗਏ, ਬੱਚਾ ਹਾਲੇ ਤੱਕ ਨਹੀਂ ਹੋਇਆ, ਇਸਹਾਕ ਹਲੇ ਤੱਕ ਨਹੀਂ ਆਇਆ। ਉਹਨੇ ਆਪਣੀ ਸਮਝ ਦਾ ਸਹਾਰਾ ਲਿਆ, ਉਹਨੇ ਸਿਰਫ ਵਿਸ਼ਵਾਸ ਰੱਖਿਆ। ਖੁਦਾ ਦੇ ਲੋਕ ਸੰਸਾਰ ਵਿੱਚ ਕੀ ਚੱਲਦਾ ਆ ਉਹਨਾਂ ਨੂੰ ਇਸ ਚੀਜ਼ ਦਾ ਮਤਲਬ ਨਹੀਂ। ਖੁਦਾ ਦੇ ਲੋਕ ਖੁਦਾ ਦੇ ਵਾਅਦੇ ਉੱਪਰ ਵਿਸ਼ਵਾਸ ਕਰਦੇ ਹਨ ਵੀ ਖੁਦਾ ਨੇ ਸਾਡੇ ਨਾਲ ਇਹ ਵਾਅਦਾ ਕੀਤਾ ਹੈ, ਉਹ ਸਾਡੇ ਜੀਵਨ ਵਿੱਚ ਉਹ ਪੂਰਾ ਕਰੇਗਾ। ਇਸ ਕਰਕੇ ਖੁਦਾ ਤੇ ਵਿਸ਼ਵਾਸ ਕਰੋ। ਖੁਦਾ ਦੀ ਪਾਵਰ, ਖੁਦਾ ਦੀ ਸ਼ਕਤੀ ਫਿਰ ਤੁਹਾਡੇ ਪਿੱਛੇ ਖੜੀ ਹੈ ਜੇ ਤੁਸੀਂ ਖੁਦਾ ਤੇ ਵਿਸ਼ਵਾਸ ਕਰਦੇ ਹੋ। ਪ੍ਰਭੂ ਯਿਸੂ ਮਸੀਹ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ। ਆਓ ਪ੍ਰਾਰਥਨਾ ਕਰਦੇ ਹਾਂ। ਹਾਲੇਲੂਇਆ। ਧੰਨਵਾਦ ਪਿਆਰੇ ਪ੍ਰਭੂ ਯਿਸੂ ਮਸੀਹ। ਸੱਚਮੁੱਚ ਮੇਰੇ ਮਹਾਨ ਪਿਤਾ, ਜਿਸ ਤਰ੍ਹਾਂ ਤੇਰੇ ਨਬੀ ਨੇ ਕਿਹਾ ਵੀ ਇੱਕ ਦੂਤ ਦੇ ਪਿੱਛੇ, ਜੇ ਇੱਕ ਦੂਤ ਕਿਸੇ ਦੇਸ਼ ਦਾ ਦੂਤ ਕਿਸੇ ਦੂਜੇ ਦੇਸ਼ ਵਿੱਚ ਜਾਂਦਾ ਹੈ ਤਾਂ ਉਸਦੇ ਦੇਸ਼ ਦੀ ਪਾਵਰ ਉਸਦੇ ਪਿੱਛੇ ਖੜੀ ਹੁੰਦੀ ਹੈ। ਸੱਚਮੁੱਚ ਖੁਦਾਵੰਦਾ, ਜਦੋਂ ਤੇਰੇ ਸੱਚਮੁੱਚ ਜੋ ਖੁਦਾਵੰਦ ਤੇਰੇ ਦੂਤ ਹਨ, ਜੋ ਤੂੰ ਖੁਦਾਵੰਦ ਇਸ ਧਰਤੀ ਉੱਪਰ ਘੱਲੇ ਹਨ, ਸਮੇਂ ਦੇ ਸੰਦੇਸ਼ ਦਾ ਪ੍ਰਚਾਰ ਕਰ ਰਹੇ ਹਨ, ਤਾਂ ਖੁਦਾਵੰਦ ਪ੍ਰਭੂ ਯਿਸੂ ਮਸੀਹ ਤੋਂ ਉਹਨਾਂ ਦੇ ਰੱਖਿਆ ਦੇ ਲਈ ਖੁਦਾਵੰਦ ਉਹਨਾਂ ਦੇ ਪਿੱਛੇ ਖੜਾ ਹੈ। ਤੇ ਪ੍ਰਭੂ ਯਿਸੂ ਮਸੀਹ ਕੋਈ ਵੀ ਤੇਰੇ ਦੂਤਾਂ ਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ। ਇਦਾਂ ਖੁਦਾਵੰਦ ਅਲੀਸ਼ਾ ਨੇ ਆਪਣੇ ਬਾਲ ਕੇ ਚੇਲੇ ਨੂੰ ਕਿਹਾ ਵੀ ਮੈਂ ਤੇਰੀ ਅੱਖਾਂ ਨੂੰ ਖੋਲਦਾ ਹਾਂ, ਤੇ ਜਦੋਂ ਉਸਨੇ ਵੇਖਿਆ ਤੇ ਅਗਨੀ ਰੱਥ ਅਲੀਸ਼ਾ ਦੀ ਰੱਖਿਆ ਲਈ ਖੜੇ ਹੋਏ ਸੀ। ਖੁਦਾਵੰਦ ਸੱਚਮੁੱਚ ਪ੍ਰਭੂ ਜੀ ਤੂੰ ਆਪਣੇ ਲੋਕਾਂ ਦੀ ਰੱਖਿਆ ਦੇ ਲਈ ਖੜਾ ਹੋਇਆ ਹੈ। ਪ੍ਰਭੂ ਜੀ ਇਸ ਸਮੇਂ ਦੇ ਵਿੱਚ ਖੁਦਾਵੰਦਾ ਪ੍ਰਭੂ ਜੀ ਅਸੀਂ ਰਹਿ ਰਹੇ ਹਾਂ, ਗੰਦਗੀ ਵਾਲਾ ਸਮਾਂ ਹੈ। ਪ੍ਰਭੂ ਜੀ ਇਹ ਖੁਦਾਵੰਦ ਬੜਾ ਹੀ ਗੰਦਾ ਯੁੱਗ ਹੈ, ਤੇ ਤੂੰ ਕਿਹਾ ਹੈ ਉਹ ਭੈ ਦਾ ਇੱਕ ਦਿਨ ਆਉਣ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੇ ਨਾਲ ਲੈ ਜਾਵਾਂਗਾ। हे ਮੇਰੀ ਪ੍ਰਜਾ ਬਾਬੁਲ ਦੇ ਵਿੱਚੋਂ ਬਾਹਰ ਆ। ਤੇ ਸੱਚਮੁੱਚ ਖੁਦਾਵੰਦਾ ਤੇਰੇ ਧੀਆਂ ਪੁੱਤਰ ਹੀ ਹਨ ਜੋ ਤੇਰੀ ਆਵਾਜ਼ ਨੂੰ ਸੁਣ ਸਕਦੇ ਹਨ, ਕਿਉਂਕਿ ਖੁਦਾਵੰਦ ਕੋਈ ਗੈਰ ਤੇਰੀ ਆਵਾਜ਼ ਨੂੰ ਸੁਣੇਗਾ ਨਹੀਂ ਮੇਰੇ ਮਹਾਨ ਪਿਤਾ, ਕਿਉਂਕਿ ਪ੍ਰਭੂ ਯਿਸੂ ਮਸੀਹ ਤੇਰੇ ਧੀਆਂ ਪੁੱਤਰ ਹੀ ਹਨ। ਖੁਦਾਵੰਦ ਉਹ ਤੇਰੀ ਦੁਲਹਨ ਹੀ ਹੈ ਖੁਦਾਵੰਦਾ, ਜਿਸਨੇ ਤੇਰੀ ਆਵਾਜ਼ ਨੂੰ ਸੁਣਨਾ ਹੈ ਪ੍ਰਭੂ ਯਿਸੂ ਮਸੀਹ। ਤੇ ਮੈਂ ਮੇਰੇ ਮਹਾਨ ਪਿਤਾ ਵਿਸ਼ਵਾਸ ਕਰਦਾ ਤੂੰ ਬਹੁਤ ਜਲਦੀ ਆ ਰਿਹਾ ਹੈ ਆਪਣੀ ਦੁਲਹਨ ਨੂੰ ਲੈਣ। ਪ੍ਰਭੂ ਯਿਸੂ ਮਸੀਹ ਆਓ, ਅਸੀਂ ਤੁਹਾਡਾ ਇੰਤਜ਼ਾਰ ਕਰਦੇ ਹਾਂ। ਸਾਰਾ ਆਦਰ ਜਲਾਲ ਮਹਿਮਾ ਪ੍ਰਭੂ ਯਿਸੂ ਮਸੀਹ ਦੇ ਸਵਾਰਥੀ ਜਿੰਦਾ ਜਲਾਲੀ ਨਾਮ ਦਿੰਦੇ ਹਾਂ। ਆਮੀਨ। ਹਾਲੇਲੂਇਆ।